ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਨਵੇਂ ਮਹਿਮਾਨ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਫੌਜ ਦੇ ਵਿੱਚੋਂ ਕੈਪਟਨ ਰਿਟਾਇਰ ਹੋਣੇ, ਕੈਪਟਨ ਅਮਰਿੰਦਰ ਸਿੰਘ, ਇੱਕ ਕੈਪਟਨ ਬਸੰਤ ਸਿੰਘ। ਫੌਜ ਦੇ ਵਿੱਚੋਂ ਕੈਪਟਨ ਰਿਟਾਇਰ ਹੋਏ ਨੇ ਤੇ ਫੌਜ ਦੀ ਟ੍ਰੇਨਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਫੌਜ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੀਆਂ ਡਿਊਟੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ, ਪਹਾੜਾਂ 'ਤੇ ਚੜ੍ਹਨਾ, ਕਿਹੜੇ ਜੰਗਲਾਂ ਦੇ ਵਿੱਚੋਂ ਲੰਘਣਾ, ਕਿੱਦਾਂ ਦੇ ਜਿਹੜੀਆਂ ਔਖੀਆਂ ਥਾਵਾਂ ਦੇ ਉੱਤੋਂ ਜਿਹੜੀ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਅਤੇ ਡਿਊਟੀਆਂ ਲੱਗਦੀਆਂ ਨੇ, ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਉਸ ਦੌਰਾਨ ਇਹਨਾਂ ਨੂੰ ਡਿਊਟੀ ਦੇ ਦੌਰਾਨ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਗਈ ਕਿਉਂਕਿ ਪਹਾੜੀਆਂ 'ਤੇ ਚੜ੍ਹਦੇ ਸੀਗੇ, ਲੰਮੇ ਰਸਤੇ ਜਿਹੜੇ ਪੈਦਲ ਤੁਰਨਾ ਪੈਂਦਾ ਸੀ ਇਹਨਾਂ ਨੂੰ, ਜੰਗਲਾਂ ਦੇ ਵਿੱਚੋਂ ਨਿਕਲਣਾ ਪੈਂਦਾ ਸੀ, ਖਾਈਆਂ ਦੇ ਵਿੱਚੋਂ ਨਿਕਲਣਾ ਪੈਂਦਾ ਸੀ ਅਤੇ ਉਸ ਦੌਰਾਨ ਕਿਤੇ ਨਾ ਕਿਤੇ ਇਹਨਾਂ ਦੇ ਗੋਡੇ ਦੇ ਵਿੱਚ ਇੱਕ ਦਿਨ ਜਰਕ ਲੱਗ ਗਈ ਅਤੇ ਉਹ ਗੋਡੇ ਦੇ ਵਿੱਚ ਇਹਨਾਂ ਦੇ ਪ੍ਰੋਬਲਮ ਆ ਗਈ। ਲੇਕਿਨ ਉਸ ਫੌਜ ਦੀ ਡਿਊਟੀ ਦੇ ਦੌਰਾਨ ਇਹਨਾਂ ਨੂੰ ਉੱਥੋਂ ਦਵਾਈਆਂ ਲਈ ਗਏ ਅਤੇ ਚੱਲੀ ਗਿਆ ਕੰਮ। ਲੇਕਿਨ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਆਈਆਂ ਅੱਗੇ ਅਤੇ ਕਿੱਦਾਂ ਦੀਆਂ ਤਕਲੀਫਾਂ 'ਚੋਂ ਲੰਘ ਕੇ ਅੱਜ ਆਪਣੇ ਨਾਲ ਆਪਣਾ ਜਿਹੜਾ ਉਹ ਤਜਰਬਾ ਸਾਂਝਾ ਕਰ ਰਹੇ ਨੇ, ਆਪਾਂ ਇਹਨਾਂ ਦੇ ਮੂੰਹ ਸੁਣੋਗੇ। ਕੈਪਟਨ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਨਿਊਜ਼ ਏਸ਼ੀਆ ਪੰਜਾਬੀ ਟੀਮ ਨੂੰ ਸਭ ਤੋਂ ਪਹਿਲਾਂ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ। ਜਿੰਨੇ ਵੀ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਚੈਨਲ ਨੂੰ ਦੇਖ ਰਹੇ ਆ, ਉਹ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਰਮੀ 'ਚੋਂ ਕੈਪਟਨ ਸਾਹਿਬ ਥੋੜ੍ਹੀ ਜਿਹੀ ਆਪਣੀ ਡਿਟੇਲ ਦਿਓ ਪਹਿਲਾਂ ਵੀ ਕਿਹੜੇ ਸੰਨ 'ਚ ਤੁਸੀਂ ਆਰਮੀ 'ਚ ਭਰਤੀ ਹੋਏ, ਤਾਂ ਕਿ ਥੋੜ੍ਹੀ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਤੁਹਾਡਾ ਪਿੱਛੇ ਪ੍ਰੋਫਾਈਲ ਕੀ ਹੈਗਾ। ਕਿਹੜੇ ਸੰਨ ਦੇ ਵਿੱਚ ਆਰਮੀ 'ਚ ਭਰਤੀ ਹੋਏ, ਕਿਸ ਤਰੀਕੇ ਦੀ ਟ੍ਰੇਨਿੰਗ 'ਚੋਂ ਲੰਘ ਕੇ ਗਏ ਅਤੇ ਕਿੱਦਾਂ ਫਿਰ ਤੁਸੀਂ ਜਿਹੜਾ ਅੱਗੇ ਚੱਲ ਕੇ ਡਿਊਟੀਆਂ ਦੇ ਵਿੱਚੋਂ ਲੰਘ ਕੇ ਫਿਰ ਇਹ ਤਕਲੀਫ 'ਚ ਪਹੁੰਚੇ। ਸ਼ਾਰਟਕਟਸ ਥੋੜ੍ਹਾ ਦੱਸ ਦਿਓ। ਮੈਂ 1977 ਨਵੰਬਰ ਦੇ ਵਿੱਚ ਜਿਹੜਾ ਆਰਮੀ ਜੁਆਇਨ ਕੀਤੀ ਸੀ, ਸਿਪਾਹੀ ਭਰਤੀ ਹੋਇਆ ਸੀ। ਉਸ ਤੋਂ ਬਾਅਦ ਮੈਂ ਟ੍ਰੇਨਿੰਗ ਸੈਂਟਰ ਸਾਡੇ ਪੂਨੇ ਗਿਆ ਅਤੇ ਤਕਰੀਬਨ 3 ਸਾਲ ਦੀ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਬਹੁਤ ਸਖਤ ਟ੍ਰੇਨਿੰਗ ਹੁੰਦੀ ਹੈ। ਉਹਦੇ 'ਚ ਬਹੁਤ ਕੁਛ ਜਿਹੜਾ ਸਾਨੂੰ ਇੰਜੀਨੀਅਰ ਦੇ ਰੋਲ ਦੇ ਮੁਤਾਬਕ ਸਿੱਖਣਾ ਪੈਂਦਾ। 3 ਸਾਲ ਦੇ ਵਿੱਚ ਅਸੀਂ ਸਾਰਾ ਉਹ ਸਿੱਖ ਕੇ ਅਤੇ ਮੈਂ ਉਸ ਤੋਂ ਬਾਅਦ ਪਹਿਲੀ ਪੋਸਟਿੰਗ ਮਿਜ਼ੋਰਮ ਐਜ਼ਲ ਰਾਜਧਾਨੀ ਦੇ ਵਿੱਚ ਗਿਆ ਸੀ, ਮਿਜ਼ੋਰਮ। ਅਤੇ ਉਸ ਤੋਂ ਬਾਅਦ ਜਿਹੜੇ ਮੈਂ ਤਕਰੀਬਨ 28 ਸਾਲ ਨੌਕਰੀ ਕੀਤੀ ਹੈ ਅਤੇ ਮੈਂ ਆਰਮੀ ਦੇ ਵਿੱਚੋਂ 2005 ਨਵੰਬਰ ਦੇ ਵਿੱਚ ਹੀ ਰਿਟਾਇਰਡ ਹੋਇਆ। 2005 'ਚ ਤੁਸੀਂ ਰਿਟਾਇਰ ਹੋਏ, ਪਰ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਵੀ ਰਿਟਾਇਰਮੈਂਟ ਤੋਂ ਪਹਿਲਾਂ ਤੁਹਾਡੀ ਡਿਊਟੀ ਜਿਹੜੀ ਸੀਗੀ ਉਹ ਉੱਥੇ ਆਪਣਾ ਸ਼੍ਰੀਨਗਰ 'ਚ ਲੱਗੀ ਸੀ। ਉਹ ਥੋੜ੍ਹਾ ਤਜਰਬਾ ਸਾਂਝਾ ਕਰੋਗੇ, ਉੱਥੇ ਗੋਡਿਆਂ ਦੀ ਪ੍ਰੋਬਲਮ ਕਿਵੇਂ ਆਈ? ਮੈਂ ਪੂਨਾ ਪੋਸਟਿੰਗ ਸੀ। ਪੂਨਾ ਪੋਸਟਿੰਗ ਤੋਂ ਬਾਅਦ ਮੈਂ ਸ਼੍ਰੀਨਗਰ 2001 ਦੇ ਵਿੱਚ ਪੋਸਟਿੰਗ ਗਿਆ। ਉਹ RR ਦੇ ਰੋਲ ਦੇ ਵਿੱਚ ਗਏ ਸੀਗੇ ਅਤੇ ਉਸ ਸਮੇਂ ਜੋ ਉੱਥੇ ਮੌਸਮ ਸੀ, ਇੱਕ ਤਾਂ ਉਮਰ ਦਾ ਤਗਾਜ਼ਾ ਵੱਡਾ ਹੋ ਜਾਂਦਾ, ਥੋੜ੍ਹਾ ਜਿਹਾ ਉਮਰ ਵੱਡੀ ਹੋ ਗਈ। ਸੈਕੰਡਲੀ ਜੋ ਉੱਥੇ ਬੋਝ ਲੈ ਕੇ ਹਮੇਸ਼ਾ ਬੈਲਟ ਪ੍ਰੂਫ ਜਾਕਟ ਹੋਣੀ ਸਿਰ, ਜਾਂ ਬੰਦੂਕ ਦਾ ਲੋਡ ਹੋਣਾ, ਭਰੇ ਮਨੀਸ਼ਨ ਨਾਲ ਚੱਲਣਾ, ਆਪਦਾ ਕਈ ਵਾਰੀ ਰਾਸ਼ਨ ਵੀ ਨਾਲ, ਬਿਸਤਰਾ ਵੀ ਨਾਲ ਲੈ ਕੇ ਜਾਣਾ, ਰਾਸ਼ਨ ਵੀ ਨਾਲ ਲੈ ਕੇ ਜਾਣਾ। ਕਿੰਨਾ ਕੁ ਵਜ਼ਨ ਹੁੰਦਾ ਸੀ? ਤਕਰੀਬਨ 40 ਕਿਲੋ ਦੇ ਕਰੀਬ ਮੈਂ ਮੰਨਦਾ ਕਿ ਵਜ਼ਨ ਉਹ ਹੋ ਜਾਂਦਾ ਸੀਗਾ। 40 ਕਿਲੋ ਵਜ਼ਨ ਲੈ ਕੇ ਹਰ ਜਵਾਨ ਤੁਰਦਾ ਹੈ। ਜਿਹੜੀ ਬੈਲਟ ਪ੍ਰੂਫ ਜਾਕਟ ਆ ਉਹਦੇ ਨਾਲ ਬਹੁਤ ਕਾਫੀ ਵਜ਼ਨ ਵੱਧ ਜਾਂਦਾ ਹੈ। ਤਕਰੀਬਨ ਦੋਨੇ ਪਾਸੇ ਬੈਲਟ ਪ੍ਰੂਫ ਜੇ ਲੱਗੀ ਹੋਵੇ ਤਾਂ ਤਕਰੀਬਨ 18 ਤੋਂ 20 ਕਿਲੋ ਵਜ਼ਨ ਉਹਦਾ ਬਣ ਜਾਂਦਾ ਹੈ। ਫਿਰ ਅਮਨੀਸ਼ਨ ਦਾ ਵੀ ਹੋਣਾ, ਬੰਦੂਕ ਦਾ ਵੀ ਹੋਣਾ, ਕਿਉਂਕਿ ਜਿਹੜਾ ਮਨੀਸ਼ਨ, ਬੰਦੂਕ, ਗ੍ਰਨੇਡ ਵਗੈਰਾ ਵੀ ਹਰ ਚੀਜ਼ ਲੈ ਕੇ ਚੱਲਣੀ ਮਨੀਸ਼ਨ। ਅਤੇ ਇਹ ਕਾਫੀ ਜਿਹੜੀ ਆ ਏਜ ਦੇ ਮੁਤਾਬਕ ਕਾਫੀ ਪ੍ਰੋਬਲਮ ਪਾਉਂਦੀ ਹੈ। ਜਿਸ ਤਰ੍ਹਾਂ ਬਿਸਤਰਾ ਵੀ ਲਿਜਾਣਾ, 3-3 ਦਿਨ 4-4 ਦਿਨ ਪਹਾੜਾਂ ਦੇ ਵਿੱਚ ਬਾਹਰ ਵੀ ਰਹਿਣਾ, ਅੱਤਵਾਦੀਆਂ ਨੂੰ ਘੇਰਨਾ, ਉਹਨਾਂ ਦੇ ਮਗਰ ਵੀ ਭੱਜਣਾ। ਅਤੇ ਜਿਹੜਾ ਪਹਾੜੀਆਂ ਚੜ੍ਹਨਾ ਬਹੁਤ ਆਸਾਨ ਆ, ਲੇਕਿਨ ਉਤਰਨਾ ਬੜਾ ਮੁਸ਼ਕਿਲ ਆ ਉਹਨਾਂ ਤੋਂ। ਉਹਨਾਂ ਦਾ ਅਸਰ ਜਿਹੜਾ ਗੋਡਿਆਂ 'ਤੇ ਪੈਂਦਾ, ਕਈ ਆਦਮੀ ਨਹੀਂ ਮਹਿਸੂਸ ਕਰਦੇ, ਲੇਕਿਨ ਮੈਨੂੰ ਉਸ ਸਮੇਂ ਕਾਫੀ ਮਹਿਸੂਸ ਹੋਇਆ। ਫਿਰ ਵੀ ਮੈਂ ਕੁਛ ਪੇਨ ਕਿਲਰ ਵਗੈਰਾ ਲੈ ਕੇ ਆਪਣਾ ਟਾਈਮ ਪਾਸ ਕੀਤਾ ਉੱਥੇ। ਉਸ ਤੋਂ ਬਾਅਦ ਮੈਂ ਪਟਿਆਲਾ ਆਪਦੀ ਯੂਨਿਟ ਦੇ ਵਿੱਚ ਪੋਸਟਿੰਗ ਆਇਆ ਤਾਂ ਕਾਫੀ ਥੋੜ੍ਹਾ ਜਿਹਾ ਮੈਨੂੰ ਪੰਜਾਬ ਦੇ ਮਾਹੌਲ ਦੇ ਵਿੱਚ ਥੋੜ੍ਹਾ ਜਿਹਾ ਟਰੀਟਮੈਂਟ ਹਲਕੀ ਜਿਹੀ ਕਰਾ ਕੇ ਫਿਰ ਮੈਨੂੰ ਤਕਰੀਬਨ 3 ਸਾਲ ਮੈਂ ਇੱਥੇ ਸਰਵਿਸ ਕਰਨ ਤੋਂ ਬਾਅਦ ਰਿਟਾਇਰਮੈਂਟ 2005  'ਚ ਹੋਇਆ ਸੀ। ਕੈਪਟਨ ਸਾਹਿਬ, ਜਦੋਂ ਤੁਸੀਂ ਫੌਜ ਦੇ ਵਿੱਚ ਰਹਿੰਦੇ ਸੀਗੇ ਉਦੋਂ ਡਾਈਟ ਕਿਸ ਤਰ੍ਹਾਂ ਦੀ ਹੁੰਦੀ ਸੀ, ਖਾਣ ਪੀਣ ਕਿਸ ਤਰ੍ਹਾਂ ਦਾ ਹੁੰਦਾ ਸੀ, ਅਤੇ ਜਦੋਂ ਰਿਟਾਇਰਮੈਂਟ ਹੋਈ ਅਤੇ ਉਦੋਂ ਖਾਣ ਪੀਣ ਕਿੱਦਾਂ ਦਾ ਹੋਇਆ? ਦੇਖੋ, ਜੋ ਪਿੰਡਾਂ ਦੇ ਮਾਹੌਲ ਦਾ ਖਾਣਾ ਪੀਣਾ ਹੈ ਉਹ ਫੌਜ ਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਫੌਜ ਦਾ ਜੋ ਖਾਣਾ ਹੈ, ਇੱਕ ਜਵਾਨ ਨੂੰ ਬਹੁਤ ਅੱਛਾ ਖਾਣਾ ਮਿਲਦਾ ਹੈ, ਲੇਕਿਨ ਜੇ ਉਹ ਸਹੀ ਉਹਨੂੰ ਉਹਨਾਂ ਖਾਣਾ ਜਿੰਨਾ ਉਹਦਾ ਅਥਰਾਈਜੇਸ਼ਨ ਦੇ ਮੁਤਾਬਕ ਮਿਲਦਾ ਰਹੇ ਤਾਂ ਮੇਰਾ ਖਿਆਲ ਆ ਵੀ ਆਦਮੀ ਕਦੇ ਬੁੱਢਾ ਹੀ ਨਹੀਂ ਹੋ ਸਕਦਾ ਗਾ। ਲੇਕਿਨ ਜੋ ਸਾਡੇ ਪਿੰਡ ਦੀ ਖੁਰਾਕ ਹੈ
ਉਹਦੇ ਮੁਨਾਸਬ ਬਹੁਤ ਚੰਗੀ ਖੁਰਾਕ ਹੈ ਫੌਜ ਦੀ। ਲੇਕਿਨ ਜਿਹੜੀ ਪਿੰਡ ਦੀ ਖੁਰਾਕ ਆ ਅਸੀਂ ਉਨੀ ਪਰਿਵਾਰ ਦੇ ਵਿੱਚ ਨਹੀਂ ਖਾ ਸਕਦੇ, ਭਾਵੇਂ ਕਿੰਨੇ ਵੀ ਸਾਡੇ ਕੋਲੇ ਪੈਸੇ ਹੋਣ, ਕਿੰਨੀ ਵੀ ਜ਼ਮੀਨ ਜਾਇਦਾਦ ਹੋਵੇ, ਲੇਕਿਨ ਜਿਹੜਾ ਪੈਸਾ ਇੱਥੇ ਲਾ ਕੇ ਖੁਰਾਕ ਖਾਣੀ ਆ ਬੜੀ ਔਖੀ ਹੈ। ਕਿਉਂਕਿ ਸਾਨੂੰ ਉੱਥੇ ਮੇਰਾ ਖਿਆਲ ਆ ਵੀ ਰੋਜ਼ਾਨਾ ਹਫ਼ਤੇ 'ਚ 3 ਦਿਨ ਮੀਟ ਮਿਲਣਾ ਹੈ, ਹਫ਼ਤੇ 'ਚ 3-4 ਦਿਨ ਫਰੂਟ ਮਿਲਣਾ ਹੈ। ਜੇ ਮੀਟ ਨਹੀਂ ਖਾਂਦਾ ਤਾਂ ਕੋਈ ਦੁੱਧ ਖਾਂਦਾ ਮਿਲਦਾ, ਦੁੱਧ ਪੀਂਦਾ ਹੈ। ਜੇ ਕੋਈ ਮੀਟ ਨਹੀਂ ਖਾਂਦਾ, ਦੁੱਧ ਨਹੀਂ ਪੀਂਦਾ, ਆਂਡਾ ਖਾਣਾ ਚਾਹੁੰਦਾ ਤਾਂ ਆਂਡਾ ਵੀ ਖਾ ਸਕਦਾ। ਬਾਕੀ ਸਾਨੂੰ ਦਾਲ ਸਬਜ਼ੀ ਤੇ ਤਕਰੀਬਨ ਹਰ ਚੀਜ਼ ਜਿਹੜੀ ਉਹ ਰੋਟੇਸ਼ਨ ਦੇ ਵਿੱਚ ਜਿੰਨੀ ਅਥਰਾਈਜੇਸ਼ਨ ਦੇ ਮੁਤਾਬਕ ਮਿਲਦੀ ਰਹਿੰਦੀ ਹੈ। ਇਸ ਕਰਕੇ ਉਹ ਪਿੰਡ ਦੇ ਵਿੱਚ ਸਾਡੇ ਖਾਣਾ, ਸਾਡੇ ਤਾਂ ਜੇ ਘਰ 'ਚ ਇੱਕ ਸਬਜ਼ੀ ਬਣ ਗਈ ਤੇ ਇੱਕ ਰੋਟੀ ਬਣ ਗਈ ਤਾਂ ਅਸੀਂ ਉਸੇ ਨਾਲ ਵੀ ਗੁਜ਼ਾਰਾ ਕਰਦੇ ਹਾਂ। ਵੀ ਮਿਲਦਾ ਹੈ? ਬਿਲਕੁਲ ਜੀ, ਉੱਥੇ ਫਰੂਟ ਵੀ ਮਿਲਦਾ ਹੈ। ਹਰ ਚੀਜ਼ ਤੁਹਾਨੂੰ ਮਿਣ ਕੇ ਤੋਲ ਕੇ ਆਉਣੀ ਹੈ, ਕੋਈ ਚੀਜ਼ ਇੱਦਾਂ ਦੀ ਨਹੀਂ ਵੀ ਤੁਹਾਨੂੰ ਨਾ ਮਿਲੇ। ਜੇ ਹੋਰ ਲੈਣਾ ਚਾਹਵੇ ਉਹ ਵੀ ਮਿਲਦਾ ਹੈ? ਦੇਖੋ ਜੇ ਤੁਸੀਂ ਐਕਸਟਰਾ, ਕਈ ਵਾਰੀ ਕੀ ਹੁੰਦਾ ਅਸੀਂ ਜ਼ਿਆਦਾ ਚੀਜ਼ ਆ ਗਈ ਤਾਂ ਜ਼ਿਆਦਾ ਵੀ ਮਿਲ ਜਾਂਦੀ ਹੈ। ਮੈਨੂੰ ਯਾਦ ਹੈ ਕਿ ਮੈਂ ਸ੍ਰੀਨਗਰ ਰਿਹਾ ਸੀਗਾ, ਉਦੋਂ ਪਹਿਲਾਂ ਜੰਮੂ ਰਿਹਾ ਮੈਂ। ਜੰਮੂ ਸਾਡੇ ਕੋਲ ਮੱਛੀ ਇੰਨੀ ਆਉਂਦੀ ਸੀ, ਸਾਤੋਂ ਖਾਧੀ ਨਹੀਂ ਜਾਂਦੀ ਹੁੰਦੀ ਸੀਗੀ। ਜਵਾਨਾਂ ਨੇ ਮੱਛੀ 4-4 ਦਿਨ ਉਹ ਡੱਬੇ ਭਰ ਕੇ ਰੱਖਣੇ, ਉਹੀ ਗਰਮ ਕਰਕੇ ਖਾਂਦੇ ਰਹਿੰਦੇ, ਕਿਉਂਕਿ ਠੰਡ ਦੇ ਵਿੱਚ ਉਹ ਖਰਾਬ ਹੀ ਨਹੀਂ ਹੁੰਦੀਗੀ। ਤਾਂ ਇਸ ਤਰ੍ਹਾਂ ਵੀ ਜਿਹੜੀ ਪਿੰਡ ਦੇ ਵਿੱਚ ਇਹ ਖੁਰਾਕ ਅਸੀਂ ਇੰਨੀ ਲੈ ਹੀ ਨਹੀਂ ਸਕਦੇਗੇ। ਇਹ ਬਹੁਤ ਵਧੀਆ ਖੁਰਾਕ ਜਿਹੜੀ ਆਰਮੀ ਦੀ ਹੈ ਉਹਨੂੰ ਮੈਂ ਇਹ ਮੰਨਦਾ। ਅੱਜ ਕੱਲ੍ਹ ਤਾਂ ਹੋਰ ਵੀ ਬਹੁਤ ਵਧੀਆ ਕਿ ਅੱਜ ਕੱਲ੍ਹ ਤਨਖਾਹਾਂ ਵੀ ਬਹੁਤ ਵਧੀਆ ਕਰਤੀਆਂ ਤੇ ਅੱਜ ਕੱਲ੍ਹ ਜਵਾਨ ਵੈਸੇ ਵੀ ਵਧੀਆ ਡਿਸਿਪਲਿਨ 'ਚ ਰਹਿ ਰਹੇ। ਉੱਧਰ ਪੜ੍ਹੇ ਲਿਖੇ ਵੀ ਜ਼ਿਆਦਾ ਸਾਡੇ ਨਾਲੋਂ, ਕਿਉਂਕਿ ਅਸੀਂ ਜਿਹੜੇ ਪੜ੍ਹੇ ਲਿਖੇ ਉਸ ਸਮੇਂ ਸਾਡੀ ਆਰਮੀ ਦੇ ਸਮੇਂ ਦੇ ਘੱਟ ਸੀਗੇ ਤੇ ਹੁਣ ਬਹੁਤ ਪੜ੍ਹੇ ਲਿਖੇ ਆਦਮੀ ਆ। ਤੇ ਉਸ ਡਾਈਟ ਦਾ ਵੀ ਕਿਤੇ ਨਾ ਕਿਤੇ ਤੁਹਾਡੀ ਜਦੋਂ ਡਾਈਟ ਉੱਥੋਂ ਘਟੀ ਤੇ ਜਦੋਂ ਪਿੰਡ ਦੇ ਵਿੱਚ ਆ ਕੇ ਤੁਸੀਂ ਰਹਿਣਾ ਸ਼ੁਰੂ, ਉਹਦਾ ਵੀ ਕਿਤੇ ਨਾ ਕਿਤੇ ਤੁਹਾਡੇ ਗੋਡਿਆਂ 'ਤੇ ਅਸਰ ਪਿਆ? ਹਾਂ, ਇਸ ਤਰ੍ਹਾਂ ਦੇਖੋ ਕਿ ਜੇ ਆਪਾਂ ਫੌਜ ਦੀ ਖੁਰਾਕ ਖਾ ਕੇ ਤੇ ਪਿੰਡ ਦੀ ਖੁਰਾਕ ਨਾਲ ਆ ਕੇ ਬਚਣ ਦੀ ਕੋਸ਼ਿਸ਼ ਕਰਾਂਗੇ ਤਾਂ ਨਹੀਂ ਬਚਿਆ ਜਾਂਦਾ। ਬਾਕੀ ਜਿਹੜੀ ਫੌਜ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੁੰਦੀ ਹੈ, ਪ੍ਰੈਕਟਿਸ ਨਾਲ ਵੀ ਆਦਮੀ ਤੰਦਰੁਸਤ ਰਹਿੰਦਾ ਹੈ। ਪਿੰਡ ਦੀ ਆ ਕੇ ਪ੍ਰੈਕਟਿਸ ਵੀ ਘਟ ਜਾਂਦੀ ਤੇ ਖੁਰਾਕ ਵੀ ਘਟ ਜਾਂਦੀ ਹੈ। ਤੇ ਜਿਹੜਾ ਵਜਨ ਵੀ ਆਦਮੀ ਦਾ, ਕਿਉਂਕਿ ਵਿਹਲਾ ਹੋਣ ਨਾਲ ਥੋੜ੍ਹਾ ਜਿਹਾ ਵਜਨ ਬੋਝਲ ਵੀ ਬਣ ਜਾਂਦਾ ਤੇ ਇਸ ਕਰਕੇ ਥੋੜ੍ਹਾ ਜਿਹਾ ਜਿਹੜਾ ਵਜਨ ਵਧਣ ਕਰਕੇ ਮੇਰਾ ਵਜਨ ਵੀ ਵੱਧ ਗਿਆ ਸੀ ਤੇ ਥੋੜ੍ਹਾ ਜਿਹਾ ਗੋਡਿਆਂ ਦੀ ਜਿਹੜੀ ਸਪੇਸ ਵਗੈਰਾ ਘਟ ਗਈ, ਹੋਰ ਵੀ ਪ੍ਰੋਬਲਮ ਆਉਣ ਲੱਗੀ। ਤਾਂ ਫਿਰ ਮੈਂ ਜਿਹੜਾ ਉੱਥੇ ਸਾਡੇ ਬੋਨ ਦੇ ਡਾਕਟਰ ਸੀ, ਹੱਡੀਆਂ ਦੇ ਸੇਠੀ ਜੀ, ਉਹਨਾਂ ਨੂੰ ਮਿਲਿਆ, ਦਿਖਾਇਆ ਥੋੜ੍ਹਾ ਜਿਹਾ, ਲੇਕਿਨ ਨਹੀਂ, ਉਹ ਥੋੜ੍ਹਾ ਜਿਹਾ ਪੇਨ ਕਿਲਰ ਜਿਹੜੀ ਦਿੰਦੇ ਸੀਗੇ, ਉਹਨਾਂ ਦਾ ਜਿਹੜੀ ਪੇਨ ਕਿਲਰ ਕਦੇ ਵੀ ਆਦਮੀ ਨੂੰ ਤੰਦਰੁਸਤ ਨਹੀਂ ਕਰਦੀ ਗੀ। ਫਿਰ ਮੈਂ ਇੱਕ ਵਾਰੀ ਜੋ ਮੇਰੇ ਕੋਲੇ ਸਰਦਾਰ ਦਰਬਾਰਾ ਸਿੰਘ ਜੀ ਫਰੀਦਕੋਟ ਤੋਂ ਆਏ, ਕਹਿੰਦੇ ਵੀ ਤੁਹਾਨੂੰ ਅਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਨਾਲ ਮਿਲਾਈਏ ਤੇ ਅਸੀਂ ਤੁਹਾਡੇ ਵੈਲਥ ਕੇਅਰ ਗਲੋਬਲ ਦੇ ਵਿੱਚ ਗੱਲਬਾਤ ਕਰਕੇ ਤੇ ਅਸੀਂ ਉੱਥੇ ਤੁਹਾਨੂੰ ਜਿਹੜਾ ਮਿਲਾ ਕੇ ਡਾਕਟਰ ਸਾਹਿਬ ਨੂੰ ਤੇ ਦਵਾਈ ਦਵਾਈਏ ਗੋਡਿਆਂ ਦੀ, ਤਾਂ ਠੀਕ ਹੋ ਸਕਦੇ ਹੋ ਤੁਸੀਂ। ਚਲੋ ਮੈਂ ਖੈਰ 2-3 ਵਾਰੀ ਇਹਨਾਂ ਨੂੰ ਰਿਫਿਊਜ਼ ਕੀਤਾ, ਨਹੀਂ ਗਿਆ ਇਹਨਾਂ ਦੇ ਨਾਲ। ਫਿਰ ਇੱਕ ਦਿਨ ਜਦੋਂ ਡਾਕਟਰ ਸਾਹਿਬ ਫਰੀਦਕੋਟ ਕੋਈ ਮੀਟਿੰਗ ਕਰਨੀ ਸੀ ਇਹਨਾਂ ਨੇ, ਤੇ ਦਰਬਾਰਾ ਸਿੰਘ ਨੇ ਕਿਹਾ ਕਿ ਅੱਜ ਡਾਕਟਰ ਸਾਹਿਬ ਬੜਾ ਮੌਕਾ ਕਿ ਫਰੀਦਕੋਟ ਆ ਰਹੇ, ਤੁਸੀਂ ਉਹਨਾਂ ਨੂੰ ਜ਼ਰੂਰ ਮਿਲੋ। ਤਾਂ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਗੱਲਬਾਤ ਕੀਤੀ, ਮਿਲਿਆ। ਤਾਂ ਉੱਥੇ ਡਾਕਟਰ ਸਾਹਿਬ ਨੇ ਜੋ ਮੈਨੂੰ ਦੱਸਿਆ ਕਿ ਤੁਸੀਂ ਇੱਕ ਵਾਰੀ ਟ੍ਰੀਟਮੈਂਟ ਸ਼ੁਰੂ ਕਰੋ ਤਾਂ ਫਿਰ ਤੁਸੀਂ ਹੋ ਸਕਦਾ ਗੋਡੇ ਤੁਹਾਡੇ ਬਹੁਤ ਜਲਦੀ ਰਿਕਵਰੀ ਹੋ ਜਾਣ, ਠੀਕ ਹੋ ਜਾਣਗੇ। ਕੀ ਦੱਸਿਆ ਡਾਕਟਰ ਸਾਹਿਬ ਨੇ ਵੀ ਕੀ ਹੋਇਆ ਵਾ ਗੋਡਿਆਂ ਨੂੰ? ਸਾਹਿਬ ਨੇ ਦੱਸਿਆ ਕਿ ਇੱਕ ਤਾਂ ਇਹਨਾਂ ਦਾ ਜਿਹੜਾ ਗਰੀਸ ਸੁੱਕਣਾ ਹੁੰਦਾ ਹੈ, ਕਿ ਆਪਣੇ ਜਿਹੜਾ ਗਰੀਸ ਦਾ ਸੁੱਕ ਜਾਣਾ, ਤੇ ਦੂਸਰਾ ਜਿਹੜਾ ਸਪੇਸ ਦਾ ਘਟ ਜਾਣਾ, ਇਹ ਦੋਨੇ ਚੀਜ਼ਾਂ ਦਾ ਜਿਹੜਾ ਤਾਲਮੇਲ ਹੁੰਦਾ। ਇੱਕ ਜਿਹੜਾ ਸਾਡਾ ਗਰੀਸ ਅੰਦਰ ਗੋਡਿਆਂ ਦੇ ਵਿੱਚ ਹੁੰਦਾ, ਇਹ ਬਚਪਨ ਤੋਂ ਜੋ ਲੈ ਕੇ ਜਿੰਨਾ ਚਿਰ ਅਸੀਂ ਬੁਢਾਪੇ 'ਚ ਨਹੀਂ ਆਉਂਦੇ ਉਹਨਾਂ ਚਿਰ ਉਹ ਗੱਦੇ ਦਾ ਕੰਮ ਕਰਦਾ ਅੰਦਰ। ਇਸ ਕਰਕੇ ਜਿਹੜਾ ਉਹ ਹੱਡੀਆਂ ਦੇ ਵਿੱਚ ਜਿਹਦਾ ਹੱਡੀ ਨਾਲ ਹੱਡੀ ਟਕਰਾਉਣ ਲੱਗ ਪੈਂਦੀ ਤਾਂ ਦਰਦ ਵਧਣ ਲੱਗ ਪੈਂਦਾ। ਇਸ ਕਰਕੇ ਫਿਰ ਵੀ ਉਹਨੂੰ ਜਿਹੜਾ ਇਸ ਤਰ੍ਹਾਂ ਦਾ ਕੋਈ ਜਿਹੜੀ ਆਪਾਂ ਤਾਕਤ ਦਿੱਤੀ ਜਾਵੇ, ਖੁਰਾਕ ਦਿੱਤੀ ਜਾਵੇ, ਜਿਹਦੇ ਨਾਲ ਕਿ ਇਹ ਗੋਡਿਆਂ ਦਾ ਜਿਹੜਾ ਲਿਕੁਇਡ ਆ ਉਹ ਦੁਬਾਰਾ ਠੀਕ ਹੋ ਜਾਏ। ਤਾਂ ਮੈਨੂੰ ਡਾਕਟਰ ਸਾਹਿਬ ਨੇ ਫਿਰ ਉਸ ਸਮੇਂ ਕੁਝ ਦਵਾਈਆਂ ਲਿਖ ਕੇ ਦਿੱਤੀਆਂ। ਇੱਕ ਮੈਨੂੰ ਪਤਾ ਸਾਈਡ ਰੂਮ ਥਾ ਹੋਟਲ ਦਾ ਤਾਜ ਪੈਲਸ ਦੇ ਵਿੱਚ, ਉੱਥੇ ਮੈਂ ਦਵਾਈਆਂ ਲਿਖਵਾਈਆਂ ਉਹਨਾਂ ਤੋਂ। ਤਾਂ ਮੈਨੂੰ ਉਹਨਾਂ ਨੇ ਦਵਾਈਆਂ ਲਿਖ ਕੇ ਦਿੱਤੀਆਂ। ਫਿਰ ਮੈਂ ਦਵਾਈਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਉਹ ਦਵਾਈਆਂ ਦਾ ਕਾਫੀ ਫਾਇਦਾ ਹੋਣ ਲੱਗਿਆ। ਜਿਹੜੇ ਉਹ ਦਵਾਈਆਂ ਸੀ ਮੈਂ ਪੀਣ ਦੇ ਨਾਲ ਨਾਲ ਉਹਨਾਂ ਨੂੰ ਗੋਡਿਆਂ 'ਤੇ ਵੀ ਅਪਲਾਈ ਕਰਦਾ ਸੀਗਾ। ਕਿਹੜੀਆਂ ਦਵਾਈਆਂ ਦਿੱਤੀਆਂ? ਦਿੱਤੀ ਸੀ ਉਹਨਾਂ ਨੇ ਜੀ AMD ਦਿੱਤੀ ਸੀਗੀ, ਜਾਂ ਹਿਊਮਨ ਰਿਚ ਮਿਨਰਲ ਕਹਿ ਲਈਏ। ਸੈਕੰਡਲੀ ਸੀ ਆਪਣੀ ਤੁਲਸੀ ਸੀ ਜੀ, ਤੁਲਸੀ ਡ੍ਰੌਪ ਜਿਹੜੇ ਇਹ ਬੜੇ ਵਧੀਆ ਡ੍ਰੌਪ ਹੈ। ਮੰਨ ਲਓ ਤੁਲਸੀ ਤਾਂ ਵੈਸੇ ਹੀ ਆਦਮੀ ਨੂੰ, ਮੈਨੂੰ ਵੀ ਤੰਦਰੁਸਤ ਕੀਤਾ ਉਹਨਾਂ ਨੇ। ਤੇ ਇੱਕ ਜਿਹੜਾ ਮੈਨੂੰ ਗਲੋ ਦਿੱਤੀ ਸੀ ਉਹਨਾਂ ਨੇ, ਇੱਕ ਐਲੋਵੀਰਾ ਤੇ ਆਮਲਾ ਦਿੱਤਾ ਸੀ। ਸੈਕੰਡਲੀ ਜਿਹੜਾ ਨਮਕ, ਉਹਦੀ ਨਮਕ ਦੀ ਅਪਲਾਈਮੈਂਟ ਬਹੁਤ ਚੰਗੀ ਦਿੱਤੀ ਉਹਨਾਂ ਨੇ ਮੈਨੂੰ। ਨਮਕ ਕਹਿੰਦੇ ਤੁਸੀਂ ਇਹੀ ਖਾਣਾ ਰੱਖੋਗੇ, ਪਿੰਕ ਰੌਕ ਸਾਲਟ ਹੈ, ਹੈਲਦੀ ਪਿੰਕ ਰੌਕ ਸਾਲਟ, ਜੋ ਕਿ ਬਹੁਤ ਹੀ ਵਧੀਆ ਨਮਕ ਹੈ। ਤੇ ਇਹਦੇ ਨਾਲ ਇਹ 5 ਚੀਜ਼ਾਂ ਮੈਂ ਲੈ ਕੇ ਗਿਆ ਤੇ ਉਸ ਤੋਂ ਬਾਅਦ ਮੈਂ ਤਕਰੀਬਨ ਇਹ 20-25 ਦਿਨ ਦਵਾਈ ਜਦੋਂ ਲੈ ਕੇ ਸ਼ੁਰੂ ਕੀਤੀ ਤਾਂ ਮੈਨੂੰ ਇਹਨਾਂ ਦਾ ਥੋੜ੍ਹਾ ਜਿਹਾ ਆਰਾਮ ਮਿਲਣ ਲੱਗਿਆ। ਫਿਰ ਉਹਨਾਂ ਨੇ ਕੁਛ ਮੈਨੂੰ ਦੱਸਿਆ ਕਿ ਜੋ ਸੂਰਜ ਚੜ੍ਹਦਾ ਉਸ ਸਮੇਂ ਇਹਨਾਂ 'ਤੇ ਗੋਡਿਆਂ 'ਤੇ ਤੁਸੀਂ ਅਪਲਾਈ ਕਰਕੇ ਇਹਨੂੰ ਧੁੱਪੇ ਬੈਠਣਾ, ਉਹਦੀ ਜਿਹੜੀ ਰੋਸ਼ਨੀ ਹੈ ਕਮ ਸੇ ਕਮ ਅੱਧਾ ਘੰਟਾ
40 ਮਿੰਟ ਇਹਨੂੰ ਲਵਾਉਣੀ ਗੋਡਿਆਂ ਨੂੰ। ਉਸ ਤੋਂ ਬਾਅਦ ਤੁਸੀਂ ਇਹਨੂੰ ਹਵਾ ਨਹੀਂ ਲੱਗਣ ਦੇਣੀ, ਤਾਂ ਕਾਫੀ ਤੁਸੀਂ ਜਲਦੀ ਇਹਨੂੰ ਰਾਹਤ ਮਹਿਸੂਸ ਕਰੋਗੇ। ਇਸ ਤੋਂ ਬਾਅਦ ਜੋ ਮੇਰੇ ਇੱਕ ਗਰਦਨ ਦੇ ਵਿੱਚ ਲੈਫਟ ਸਾਈਡ ਦੇ ਵਿੱਚ ਕਾਫੀ ਗੰਢ ਸੀਗੀ, ਬੌਲ ਬਣ ਗਿਆ ਸੀ, ਗਿਲਟੀ ਬਣ ਗਈ ਸੀ। ਉਹ ਜਿਹੜੀ ਗਿਲਟੀ ਆ ਕਾਫੀ ਮੈਨੂੰ ਪ੍ਰੋਬਲਮ ਦਿੰਦੀ ਸੀ, ਗਰਦਨ ਆਕੜ ਜਾਂਦੀ ਸੀ। ਰਾਤ ਨੂੰ ਸੌਂਦੇ ਸਮੇਂ ਜੇ ਮੈਂ ਇੱਕ ਥਾਂ ਪੈ ਗਿਆ ਤਾਂ ਮੈਨੂੰ ਦੂਜੇ ਪਾਸੇ ਗਰਦਨ ਮੋੜਨੀ ਬੜੀ ਪ੍ਰੋਬਲਮ ਆਉਂਦੀ ਸੀ। ਆਸਤਾ ਆਸਤਾ ਫਿਰ ਇਹ ਮੈਂ ਜਿਹੜੀ ਉਹ ਦਵਾਈਆਂ ਜਦੋਂ ਮੈਂ 4-6 ਮਹੀਨੇ ਲਈ ਦਵਾਈ, ਕਾਫੀ ਟਾਈਮ ਦਵਾਈ ਲੈਣੀ ਪਈ ਮੈਨੂੰ, ਲੰਬੀ ਦਵਾਈ, ਕਿਉਂਕਿ ਗੋਡਿਆਂ ਦੀ ਕਾਫੀ ਪ੍ਰੋਬਲਮ ਸੀ, 2001 ਤੋਂ ਪ੍ਰੋਬਲਮ ਸੀ। ਤਾਂ ਆ ਕੇ ਜਿਹੜੀ ਲਾਸਟ ਦੇ ਵਿੱਚ 3-4 ਸਾਲ ਮੰਨ ਲਓ, ਜਦੋਂ ਹੁਣ ਇੱਦੋਂ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਲੈਣੀ ਹੋਵੇ ਦਵਾਈ, ਤਾਂ ਉਹ ਕਾਫੀ ਮੰਨ ਲਓ ਦੇਰ ਬਾਅਦ ਜਦੋਂ ਦਵਾਈ ਲਈ, ਪ੍ਰੋਡਕਟ ਲਏ 5 ਸਾਲ ਬਾਅਦ ਇਹਨਾਂ ਦੇ, ਅਤੇ ਉਸ ਤਰ੍ਹਾਂ ਬਾਅਦ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਣ ਲੱਗਾ ਵੀ ਰਾਹਤ ਮਿਲ ਰਹੀ ਹੈ। ਹੁਣ ਮੈਂ ਤਕਰੀਬਨ ਪੌੜੀਆਂ ਵੀ ਭੱਜ ਕੇ ਚੜ੍ਹ ਜਾਂਦਾ, ਉੱਤਰ ਵੀ ਜਾਂਦਾ, ਕੋਈ ਮੈਨੂੰ ਪ੍ਰੋਬਲਮ ਨਹੀਂ। ਇਹ ਜੋ ਗਿਲਟੀ ਹੈ ਮੇਰੀ, ਇਹ ਇਸ ਤਰ੍ਹਾਂ ਹੋ ਗਈ ਕਿ ਮੈਨੂੰ ਐਂ ਲੱਗਾ ਕਿ ਵੀ ਮੇਰੀ ਗਿਲਟੀ ਜਿਹੜੀ ਚਲੀ ਜਾ ਰਹੀ ਹੈ। ਇਹ ਤਾਂ ਗਿਲਟੀ ਚਲੀ ਗਈ, ਹੋ ਸਕਦਾ ਅੰਦਰੂਨੀ ਮੇਰੇ ਕਈ ਹੋਰ ਵੀ ਪ੍ਰੋਬਲਮਾਂ ਜਿਹੜੀਆਂ ਸੀਗੀਆਂ, ਜਿੱਦਾਂ ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਮੈਨੂੰ ਥੋੜ੍ਹਾ ਜਿਹਾ ਪਿਸ਼ਾਬ ਰੁਕ ਕੇ ਆਉਂਦਾ, ਅਤੇ ਉਹ ਪਿਸ਼ਾਬ ਜਿਹੜਾ ਉਹ ਵੀ ਮੈਨੂੰ ਹੁਣ ਖੁੱਲ੍ਹ ਕੇ ਆਉਂਦਾ। ਮੈਨੂੰ ਐ ਸ਼ੱਕ ਪਈ, ਡਾਕਟਰ ਨੇ ਇੱਕ ਵਾਰੀ ਦੱਸਿਆ ਸੀ ਮੈਨੂੰ, ਕਟਾਰੀਆ ਤੋਂ ਮੈਂ ਚੈੱਕ ਕਰਾਇਆ ਸੀ, ਉਹਨਾਂ ਨੇ ਦੱਸਿਆ ਤੁਹਾਨੂੰ ਗਦੂਦਾਂ ਦੀ ਸ਼ਿਕਾਇਤ ਆ ਰਹੀ ਹੈ। ਅੱਜ ਉਹ ਮੈਨੂੰ ਗਦੂਦਾਂ ਦੀ ਸ਼ਿਕਾਇਤ ਵੀ ਨਹੀਂ ਹੈ, ਅਤੇ ਮੈਂ ਅੱਜ ਤੰਦਰੁਸਤ ਹਾਂ, ਬਿਲਕੁਲ ਤੰਦਰੁਸਤ ਹਾਂ। ਤੰਦਰੁਸਤ ਕਿਸ ਕਰਕੇ ਹਾਂ ਕਿ ਮੈਂ ਐਲੋਪੈਥੀ ਜਿਹੜੀ ਆ ਉਹ ਕੁਛ ਦਿਨਾਂ ਵਾਸਤੇ ਆਪਾਂ ਦਵਾਈ ਖਾ ਕੇ ਠੀਕ ਹੁੰਦੇ ਆ, ਲੇਕਿਨ ਜਿਹੜੀ ਇਹ ਨੇਚਰਪੈਥੀ ਦੀਆਂ ਜਿਹੜੇ ਹੈ ਪ੍ਰੋਡਕਟ ਹੈ, ਇਹਨਾਂ ਨਾਲ ਅਸੀਂ ਸਦਾ ਲਈ ਠੀਕ ਹੁੰਦੇ ਆ, ਕਿਉਂਕਿ ਇਹ ਸਾਡੀ ਇੱਕ ਖੁਰਾਕ ਹੈ। ਜਿਹੜੀ ਸਾਡੀ ਖੁਰਾਕ ਹੈ, ਇਹ ਖੁਰਾਕ ਸਰੀਰ ਨੂੰ ਜਿਹੜੀ ਮਿਲਣੀ ਚਾਹੀਦੀ ਹੈ, ਜਿਹੜੀ ਆਪਾਂ ਰੋਜ਼ਾਨਾ ਲੈਂਦੇ ਹਾਂ, ਅਤੇ ਰੋਜ਼ਾਨਾ ਇਹ ਵੇਸਟ ਰਾਹੀਂ ਪਿਸ਼ਾਬ ਵਗੈਰਾ ਰਾਹੀਂ ਵੇਸਟ ਬਾਹਰ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਲੇਕਿਨ ਕੀ ਇਸ ਕਰਕੇ ਇਹਨੂੰ ਜਿਹੜਾ ਆਪਾਂ ਰੋਜ਼ਾਨਾ ਤੌਰ 'ਤੇ ਜਿਹੜੇ ਇਹਨੂੰ ਵੇਸਟ ਦੇ ਤੌਰ ਜਿਹੜੇ ਆਪਣਾ ਪ੍ਰੋਡਕਟ ਹੈ ਇਹਨਾਂ ਨੂੰ ਯੂਜ਼ ਕਰੀਏ, ਤਾਂ ਆਪਾਂ ਹਮੇਸ਼ਾ ਤੰਦਰੁਸਤ ਰਹਾਂਗੇ। ਅੱਛਾ, ਜਿਹੜੀ ਇੱਕ ਚੀਜ਼ ਇਮਾਨਦਾਰੀ ਨਾਲ ਕੈਪਟਨ ਸਾਹਿਬ, ਇਮਾਨਦਾਰੀ ਨਾਲ, ਕਿਉਂਕਿ ਦਰਸ਼ਕ ਜਿਹੜੇ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਫਿਕਰਮੰਦ ਰਹਿੰਦੇ ਨੇ ਕਿ ਦਵਾਈ ਬਹੁਤ ਮਹਿੰਗੀ ਹੈ, ਕਿ ਦਵਾਈ ਜਿਹੜੀ ਹੈ ਅਤੇ ਇੱਥੋਂ ਲਈ ਦੀ ਹੈ ਅਤੇ ਦਵਾਈ ਬਹੁਤ ਮਹਿੰਗੀ ਹੈ। ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ ਵੀ ਜਿਹੜੀ ਤੁਸੀਂ ਦਵਾਈ ਲੈ ਕੇ ਗਏ ਦਵਾਈ ਗੋਡਿਆਂ ਵਾਸਤੇ, ਅਤੇ ਕਿੰਨੀ ਦੇਰ ਖਾਧੀ ਅਤੇ ਕਿੰਨਾ ਖਰਚਾ ਆਇਆ ਤੁਹਾਨੂੰ? ਮੈਂ ਦੇਖੋ, ਜੇ ਇਹਨੂੰ ਦਵਾਈ ਨੂੰ ਮੈਂ ਗਿਣਾ, ਅਤੇ ਜੇ ਮੈਂ 2000 ਜਾਂ 2500 ਰੁਪਏ ਦੀ ਮਹੀਨੇ ਦੀ ਦਵਾਈ ਲੈ ਕੇ ਗਿਆ ਹਾਂ, ਤਾਂ ਮੈਂ 6 ਜਾਂ 7 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ। 6-7 ਮਹੀਨਿਆਂ 'ਚ ਮੈਨੂੰ ਇੰਨਾ ਫਾਇਦਾ ਹੋ ਗਿਆ, ਜੇ ਮੈਂ ਗਿਣਾ ਉਹਨੂੰ 6-7 ਮਹੀਨਿਆਂ 'ਚ 15,000 ਦੀ ਦਵਾਈ ਤੋਂ ਵੱਧ ਮੇਰਾ ਪੈਸਾ ਖਰਚ ਨਹੀਂ ਹੋਇਆਗਾ, ਕਿਉਂਕਿ ਉਸ ਸਮੇਂ ਥੋੜ੍ਹੀ ਮਹਿੰਗਾਈ ਸੀ। ਹੁਣ ਥੋੜ੍ਹੇ ਸ਼ਾਇਦ ਹੋ ਸਕਦਾ ਰੇਟ ਮਹਿੰਗੇ ਹੋ ਗਏ ਹੁਣ, ਕਿਉਂਕਿ ਉਸ ਤੋਂ ਬਾਅਦ ਮੈਂ ਦਵਾਈ ਉਹ ਕੰਟੀਨਿਊ ਲੈ ਹੀ ਰਿਹਾ, ਕਿਉਂਕਿ ਜਿਵੇਂ ਹੁਣ AMD ਆ, ਉਹ ਆਪਾਂ ਜਿਹੜੀ ਉਹਨੇ ਕੀ ਕਰਨਾ, ਉਹਨੇ ਸਰੀਰ ਦੇ ਤੁਹਾਡੇ ਲੁਬਰੀਕੈਂਟ ਨੂੰ ਠੀਕ ਰੱਖਣਾ, ਜਿਹੜੀਆਂ ਤੁਹਾਡੇ ਜਿੰਨੇ ਵੀ ਉਹਨੇ ਸਿੱਲਾਂ ਨੂੰ ਹੈ ਉਹਨੂੰ ਰਿਪੇਅਰ ਕਰਨਾ ਹੈ, ਕਿਉਂਕਿ ਇੱਕ ਜਿਹੜਾ ਹਿਊਮਨ ਬਾਡੀ ਹੈ ਉਹ ਸਿੱਲਾਂ ਦੀ ਬਾਡੀ ਹੈ, ਅਤੇ ਇਹਨਾਂ ਤੋਂ ਹੀ ਸਾਡੇ ਆਰਗਨ ਬਣੇ ਆ। ਜੇ ਅਸੀਂ ਮੰਨ ਲਓ ਉਹਨੂੰ ਸਿੱਲਾਂ ਨੂੰ ਰਿਪੇਅਰ ਰੱਖਾਂਗੇ, ਸਿੱਲਾਂ ਨੂੰ ਤੰਦਰੁਸਤ ਰੱਖਾਂਗੇ, ਸਿੱਲਾਂ ਦੀ ਗਰੋਥ ਜ਼ਿਆਦਾ ਹੋਊਗੀ, ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਜੇ ਅਸੀਂ ਉਹਨੂੰ ਛੱਡ ਦਿਆਂਗੇ, AMD ਨੂੰ ਮੈਂ ਫੇਰ ਲੈਣਾ ਛੱਡ ਦੂੰਗਾ, ਤਾਂ ਮੇਰੇ ਖਿਆਲ ਫੇਰ ਉਹ ਜਿਹੜੀ ਪ੍ਰੋਬਲਮ ਦੁਬਾਰਾ ਆ ਸਕਦੀ ਹੈ। ਇਸ ਲਈ ਉਹਨੂੰ ਕੰਟੀਨਿਊ ਜ਼ਰੂਰ ਲੈਣਾ ਪਊਗਾ ਸਾਨੂੰ, ਇੱਕ ਖੁਰਾਕ ਦੇ ਤੌਰ 'ਤੇ, ਨਾ ਕਿ ਉਹਨੂੰ ਦਵਾਈ ਦੇ ਤੌਰ 'ਤੇ ਅਸੀਂ ਲੈਣਾ ਹੈ। ਤੁਹਾਨੂੰ ਜੇ ਇਹਦਾ ਕੋਈ ਵੀ ਮੰਨ ਲਓ, ਮੈਂ ਇਹ ਦੇਖਿਆ ਮੈਨੂੰ ਕੋਈ ਸਾਈਡ ਇਫੈਕਟ ਨਹੀਂ, ਮੈਂ ਬਿਲਕੁਲ ਤੰਦਰੁਸਤ ਹਾਂ। ਜਿੱਥੇ ਵੀ ਮੈਂ ਜਾਂਦਾ ਮੈਨੂੰ ਕੋਈ ਕਦੇ ਥਕੇਵਾ ਨਹੀਂ ਆਇਆ। ਮੈਂ ਸੁਬਾਹ ਲੈ ਲਈਆਂ 10 ਬੂੰਦਾਂ, ਜਾਂ ਦੁਪਹਿਰੇ 10 ਬੂੰਦਾਂ ਲੈ ਲਈਆਂ, ਜਾਂ ਸ਼ਾਮ ਨੂੰ 10 ਬੂੰਦਾਂ ਲੈ ਲਈਆਂ, ਅਤੇ ਇੱਦਾਂ ਲੱਗਦਾ ਜਿਵੇਂ ਨਾ ਇੱਕ ਪਾਣੀ ਪੀ ਰਹੇ ਹਾਂ, ਪਾਣੀ ਦੇ ਵਿੱਚ ਪਾ ਕੇ ਹੀ ਲੈ ਰਹੇ ਹਾਂ, ਤਾਂ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਇਹਨੂੰ ਕੋਈ ਦਵਾਈ ਦੇ ਲੈ ਰਿਹਾ, ਮੈਂ ਇੱਕ ਸਮਝਦਾ ਵੀ ਖੁਰਾਕ ਲੈ ਰਿਹਾ। ਅੱਛਾ, ਇਹ ਤੁਸੀਂ ਦੱਸਿਆ ਵੀ ਮੈਂ ਪੌੜੀਆਂ ਵੀ ਚੜ੍ਹ ਦਿੰਦਾ, ਕਿੰਨੀਆਂ ਪੌੜੀਆਂ ਨੇ ਆਪਣੇ ਘਰ 'ਚ, ਕਿੰਨੀ ਵਾਰੀ ਚੜ੍ਹਦੇ ਹੋ? ਮੇਰਾ ਖਿਆਲ ਮੇਰੇ ਘਰ ਦੀਆਂ 15 ਕੁ ਪੌੜੀਆਂ, 16 ਕੁ, ਅਤੇ ਮੇਰਾ ਖਿਆਲ 4-5 ਗੇੜੇ ਤਾਂ ਮੇਰੇ ਉੱਦਾਂ ਤੁਰੇ ਫਿਰਦੇ ਲੱਗ ਜਾਂਦੇ ਆ। ਸੁਬਾਹ ਮੈਂ PT ਵਾਸਤੇ ਵੀ 2-4 ਗੇੜੇ ਲਾ ਲੈਂਦਾ। PT ਵਾਸਤੇ ਵੀ ਜਾ ਕੇ ਆਉਂਦੇ ਹੋ? ਕਿੱਥੇ ਕਿੱਦਾਂ ਕਰਕੇ ਆਉਂਦੇ ਹੋ? ਮੈਂ ਪਹਿਲਾਂ ਤਾਂ ਪੌੜੀਆਂ 'ਤੇ ਚੜ੍ਹ ਜਾਂਦਾ 5-4 ਵਾਰੀ ਉੱਪਰ ਨੀਚੇ, ਮੁੜ ਕੇ ਥੋੜ੍ਹਾ ਜਿਹਾ ਆਪਦੇ ਪਿੰਡ ਦੇ ਦੁਆਲੇ ਜਿੰਨੇ ਕੋ ਸੜਕਾਂ ਛੁੜਕਾਂ ਥੋੜ੍ਹਾ ਜਿਹਾ ਯਾਰਾਂ ਦੋਸਤਾਂ ਨੂੰ ਮਿਲ ਲਈਦਾ, ਨਾਲੇ ਥੋੜ੍ਹਾ ਬਹੁਤਾ ਸਾਈਕਲ ਵੀ ਮੈਂ ਚਲਾਇਆ ਉਹਨਾਂ 5-4 ਕਿਲੋਮੀਟਰ। ਜਿੰਨਾ ਕਿੰਨੀ ਉਮਰ ਹੈ ਤੁਹਾਡੀ? ਮੇਰੀ 65 ਸਾਲ ਦੀ ਉਮਰ ਹੈ ਹੁਣ। ਜੇ ਮੈਂ ਅੱਜ ਵੇਖਾਂ ਤਾਂ ਮੈਂ ਸਾਈਕਲ, ਪਿੰਡ ਦੇ ਵਿੱਚ ਵੀ ਮੈਨੂੰ ਬਹੁਤ ਲੋਕ ਕਹਿੰਦੇ ਯਾਰ ਮੋਟਰਸਾਈਕਲ ਨਹੀਂ ਚਲਾਉਂਦਾ ਹੁੰਦਾ, ਮੈਂ ਕਹਿੰਦਾ ਨਹੀਂ ਜੀ, ਸਾਈਕਲ ਜਿਹੜਾ ਇਹਦਾ ਬੈਟਰ ਹੈ, ਕਿਉਂਕਿ ਇੱਕ ਤਾਂ ਪੈਟਰੋਲ ਦੀ ਬੱਚਤ ਹੈ, ਸੈਕਿੰਡ ਮੇਰੇ ਗੋਡਿਆਂ ਦੀ ਫਾਇਦਾ ਹੋ ਰਿਹਾ, ਕਿਉਂਕਿ ਐਕਸਰਸਾਈਜ਼ ਜਿਹੜੀ ਹੈ ਗੋਡਿਆਂ ਦੀ ਵੀ ਹੈ, ਨਾਲ ਸਰੀਰ ਦੀ ਵੀ ਹੈ। ਬਹੁਤ ਵਧੀਆ। ਆਰਮੀ ਦੇ ਵਿੱਚ ਮੈਂ ਸਵਿਮਰ ਹੁੰਦਾ ਸੀਗਾ, ਅਸੀਂ ਸਵਿਮਿੰਗ ਵੀ ਕਰਦੇ ਰਹੇ, ਅਤੇ ਜੇ ਮੈਂ ਕਹਿੰਦਾ ਜੇ ਆਦਮੀ ਸਵਿਮਿੰਗ ਜਾਣਦਾ ਨਾ ਤਾਂ ਉਹਨੂੰ ਪਾਣੀ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ, ਭਾਵੇਂ ਇੱਕ ਅੱਧਾ ਘੰਟਾ 20 ਮਿੰਟ 25 ਮਿੰਟ ਜ਼ਰੂਰ ਸਵਿਮਿੰਗ ਕਰਨੀ ਚਾਹੀਦੀ ਹੈ। ਲੇਕਿਨ ਕੀ ਹੁਣ ਥੋੜ੍ਹਾ ਜਿਹਾ ਉਹ ਏਜ ਦੇ ਲਿਹਾਜ਼ ਨਾਲ ਨਹੀਂ ਮੈਂ ਤੈਰ ਰਿਹਾ ਗਾ, ਲੇਕਿਨ ਮੈਂ ਬਹੁਤ ਤੈਰਦਾ ਵੀ ਰਿਹਾ। ਸਵਿਮਿੰਗ ਪੂਲ ਦੇ ਵਿੱਚ 50-50 40-40 ਗੇੜੇ ਲਾਉਣੇ, ਨਾਲ ਟ੍ਰੇਨਿੰਗ ਸਟੂਡੈਂਟਾਂ ਨੂੰ ਦੇਣੀ, ਜਿਹੜੇ ਸਾਡੇ ਨਿਊ ਭਰਤੀ ਹੋ ਕੇ ਜਾਂਦੇ ਰਿਕਰੂਟਸ, ਉਹਨਾਂ ਨੂੰ ਵੀ ਟ੍ਰੇਨਿੰਗ ਦੇਣੀ ਹੁੰਦੀ ਹੈ।
ਕਿਉਂਕਿ ਸਵਿਮਿੰਗ ਦੀ ਸਾਡੇ ਆਰਮੀ ਦੇ ਵਿੱਚ ਬਹੁਤ ਮਾਨਤਾ ਹੈ, ਖਾਸ ਕਰਕੇ ਜਦੋਂ ਅਸੀਂ ਇੰਜੀਨੀਅਰ ਦੇ ਰੋਲ ਦੇ ਵਿੱਚ ਹੁੰਦੇ ਤਾਂ ਉੱਥੇ ਸਵਿਮਿੰਗ ਦੀ ਬਹੁਤ ਲੋੜ ਹੁੰਦੀ ਹੈ। ਤੇ ਇਹ ਸਾਨੂੰ ਬੜਾ ਵਧੀਆ ਜਿਹੜਾ ਸਿਸਟਮ ਹੈ, ਫੌਜ ਬਹੁਤ ਕੁਝ ਸਿਖਾਉਂਦੀ ਹੈ। ਪਿੰਡਾਂ ਵਾਲੇ ਅਸੀਂ ਉਹਨਾਂ ਕੁਛ ਨਹੀਂ ਸਿੱਖ ਸਕਦੇ, ਲੇਕਿਨ ਕਿ ਜਿਹੜੀ ਫੌਜ ਦੀ ਸਾਡੀ ਪੜ੍ਹਾਈ ਉਹ ਚੰਗੀ ਹੈ। ਪਿੰਡ ਦੀ ਪੜ੍ਹਾਈ ਤਾਂ ਅਸੀਂ ਥੋੜ੍ਹੀ ਬਹੁਤੀ ਲਾਪਰਵਾਹੀ ਵੀ ਕਰ ਜਾਂਗੇ, ਲੇਕਿਨ ਫੌਜ ਦੀ ਪੜ੍ਹਾਈ 'ਚ ਅਸੀਂ ਲਾਪਰਵਾਹੀ ਨਹੀਂ ਕਰ ਸਕਦੇ। ਤੇ ਇਸ ਕਰਕੇ ਮੈਂ ਸਾਈਕਲ ਚਲਾਉਣ ਦਾ ਵੀ ਬਹੁਤ ਆਦੀ ਹਾਂ, ਸਾਈਕਲ ਕਾਫੀ ਚਲਾਉਣਾ ਤੇ ਚੰਗਾ ਮੇਰਾ ਜਿਹੜਾ ਰੋਟੇਸ਼ਨ ਬਣੀ ਰਹਿੰਦੀ ਹੈ। ਸਾਈਕਲ ਹੀ ਮੈਂ ਚਲਾਉਣਾ ਦਿਨ ਦੇ ਟਾਈਮ 'ਤੇ ਸਾਰਾ ਦਿਨ, ਜਦੋਂ ਕਿਤੇ ਜਾਣਾ 1 ਕਿਲੋਮੀਟਰ ਜਾਣਾ 2 ਕਿਲੋਮੀਟਰ ਜਾਣਾ, ਉਹ ਸਾਈਕਲ ਲੈ ਕੇ ਜਾਣਾ ਮੈਂ। ਅੱਛਾ, ਪਹਿਲਾਂ ਤੁਸੀਂ ਪੈਦਲ ਤੁਰਨ ਲੱਗਿਆ ਵੀ ਤਕਲੀਫ ਹੁੰਦੀ ਸੀ, ਹੁਣ ਸਾਈਕਲ ਚਲਾ ਰਹੇ ਹੋ? ਹਾਂ, ਪਹਿਲਾਂ ਮੈਨੂੰ ਪੈਦਲ ਚੱਲਣ ਲਈ ਤਕਲੀਫ ਆਉਂਦੀ ਸੀ। ਕਈ ਬੰਦੇ ਤਾਂ ਹਜੇ ਵੀ ਮੈਨੂੰ ਕਹਿੰਦੇ ਹੁਣ ਤੇਰੇ ਗੋਡੇ ਠੀਕ ਆ, ਪਹਿਲਾਂ ਤਾਂ ਤੂੰ ਕਾਫੀ ਟੇਢਾ ਹੋ ਕੇ ਚੱਲਣ ਲੱਗ ਪਿਆ ਸੀ। ਤੁਰਿਆ ਵੀ ਨਹੀਂ ਸਹੀ ਜਾਂਦਾ? ਹਾਂ, ਤੁਰਨਾ ਵੀ ਥੋੜਾ ਜਿਹਾ ਪ੍ਰੋਬਲਮ ਆਉਂਦੀ ਸੀ। ਲੈਫਟ ਸਾਈਡ ਦਾ ਗੋਡਾ ਤਾਂ ਮੇਰਾ ਬਹੁਤ ਹੀ ਜ਼ਿਆਦਾ ਦਰਦ ਕਰਦਾ ਸੀਗਾ, ਲੰਘ ਵੱਜਦਾ ਸੀਗਾ। ਤੇ ਹੁਣ ਮੈਂ ਤਕਰੀਬਨ ਸਹੀ ਹਾਂ। ਹੋ ਸਕਦਾ ਥੋੜਾ ਜਿਹਾ ਆਦਤ ਦੇ ਮੁਤਾਬਕ ਥੋੜਾ ਜਿਹਾ ਹਜੇ ਵੀ ਹੋਵੇ, ਲੇਕਿਨ ਉੱਦਾਂ ਕੋਈ ਤਕਲੀਫ ਨਹੀਂ ਹੈ ਮੈਨੂੰ। ਬਿਲਕੁਲ ਓਕੇ ਆ? ਬਿਲਕੁਲ। ਭੱਜ ਵੀ ਲੈਂਦੇ ਹੋ? ਭੱਜ ਵੀ ਲੈਣਾ ਜੀ। ਰਨਿੰਗ ਕਰਦੇ ਹੋ? ਕਰ ਸਕਦਾ, ਹਾਂਜੀ। ਤੇ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਕਿਸੇ ਹੋਰ ਨੂੰ ਵੀ ਯਕੀਨ ਆਇਆ ਤੁਹਾਡੀ ਜਦੋਂ ਦਵਾਈ ਦੀ ਕਿ ਪਰਿਵਾਰ ਨੂੰ ਵੀ ਕਿਸੇ ਨੂੰ ਪ੍ਰੋਬਲਮ ਆਈ? ਬਿਲਕੁਲ ਜੀ, ਬਿਲਕੁਲ। ਮੈਂ ਪਹਿਲਾਂ ਤਾਂ ਮੈਂ ਫਿਰ ਦੁਬਾਰਾ ਆਪਦੀ ਤਕਲੀਫ ਦੱਸੂੰ ਕਿ ਇਸ ਸਾਲ ਜਦੋਂ ਸਿਆਲ ਸ਼ੁਰੂ ਹੋਇਆ, ਸਰਦੀ ਪਿਛਲੇ ਸਾਲ, ਉਸ ਸਮੇਂ ਮੈਨੂੰ ਨਮੂਨੀਆ ਹੋ ਗਿਆ ਸੀਗਾ। ਅੱਛਾ। ਤੇ ਮੈਂ ਐਲੋਪੈਥੀ ਦਵਾਈ ਲੈਣ ਨਹੀਂ ਗਿਆ ਗਾ। ਮੈਂ ਜਿਹੜੀ ਇਹ ਡਾਕਟਰ ਵਰਿੰਦਰ ਸਿੰਘ ਭੁੱਲਰ ਦੀ ਦਵਾਈ ਸੀ, ਇਹੀ ਯੂਜ਼ ਕਰਕੇ ਇਸੇ ਨਾਲ ਤੰਦਰੁਸਤ ਹੈ। ਮੈਂ 11 ਦਿਨ ਮੰਜੇ ਤੇ ਜ਼ਰੂਰ ਰਿਹਾ, ਲੇਕਿਨ ਮੈਂ ਇੱਕ ਵੀ ਐਲੋਪੈਥੀ ਦੀ ਗੋਲੀ ਜਾਂ ਇੱਕ ਵੀ ਟੀਕਾ ਨਹੀਂ ਲਵਾਇਆ। ਮੈਂ ਸਿਰਫ AMD ਤੁਲਸੀ ਤੇ ਗਲੋ ਨਾਲ ਹੀ ਠੀਕ ਹੋਇਆ। ਸੈਕੰਡਲੀ, ਇੱਕ ਦਿਨ ਮੇਰੀ ਮਿਸਿਜ ਰਾਤ ਨੂੰ ਕਰੀਬ 12:30 ਦਾ ਟਾਈਮ ਸੀ, ਸੌਂ ਰਹੀ ਸੀਗੀ। ਉਹ ਸੌਂ ਜਦੋਂ 12 ਵਜੇ ਰਾਤ ਨੂੰ, ਮੈਂ 12:15 ਵਜੇ ਜਦੋਂ ਬੈਠੀ ਸੀ ਉਹ ਰਜਾਈ ਲੈ ਕੇ, ਤੇ ਮੈਂ ਦੇਖਿਆ, ਮੈਂ ਜਦੋਂ ਮੇਰੀ ਜਾਗ ਖੁੱਲੀ ਤੇ ਮੈਂ ਕਿਹਾ ਕੀ ਗੱਲ ਹੋ ਗਈ? ਮੈਂ ਪੁੱਛਿਆ ਉਹਨੂੰ, ਕਹਿੰਦੀ ਮੇਰਾ ਤਾਂ ਸਾਹ ਰੁਕਦਾ ਜਦੋਂ ਮੈਂ ਪੈਂਦੀ ਹਾਂ। ਤੇ ਮੈਂ ਕਿਹਾ ਕਿਉਂ ਸਾਹ ਕਿਉਂ ਰੁਕਦਾ, ਕੀ ਗੱਲ ਹੈ? ਤਾਂ ਤੂੰ ਤਾਂ ਠੀਕ ਠਾਕ ਮੇਰੇ ਨਾਲ ਪਈ ਆ ਜਦੋਂ ਠੀਕ ਸੀ ਬਿਸਤਰੇ 'ਚ, ਤੇ ਹੁਣ ਤੂੰ ਤਕਲੀਫ ਮਹਿਸੂਸ ਕਰ ਰਹੀ ਆ। ਉਹ ਮੈਂ ਫਿਰ ਉਹਨੂੰ AMD ਚੱਕੀ, ਉਹ ਮੇਰੇ ਕੋਲ ਉਹਦੇ 'ਚ ਬੂੰਦਾਂ ਹੀ 2-3 ਸੀਗੀਆਂ। ਫਿਰ ਮੈਂ ਗੱਡੀ 'ਚ ਪਈ ਸੀ ਮੇਰੀ AMD, ਉਹ ਲਿਆਇਆ ਜਾ ਕੇ ਨਵੀਂ AMD ਖੋਲ੍ਹ ਕੇ ਇਹਦੇ ਨੱਕ 'ਚ ਪਾਈ, ਮੂੰਹ ਤੇ ਜੀਭ ਤੇ ਸਿੱਧੀਆਂ ਪਾਈਆਂ 40-45 ਬੂੰਦਾਂ। ਤਾਂ 15 ਮਿੰਟਾਂ ਬਾਅਦ ਇਹ ਬਿਲਕੁਲ ਉਹਦੀ ਗਰਮੈਸ਼ ਆ ਗਈ ਤੇ ਉਹ ਫਿਰ ਦੁਬਾਰਾ 15 ਮਿੰਟਾਂ ਬਾਅਦ ਸੌਂ ਗਈ। ਸਵੇਰ 4 ਵਜੇ ਮੇਰੀ ਜਾਗ ਖੁੱਲੀ ਜਦੋਂ ਦੁਬਾਰਾ, ਤੇ ਉਹ ਮਤਲਬ ਉਹਨੇ ਕੋਈ ਹਿਲਜੁਲ ਨਹੀਂ ਕੀਤੀ। ਮੈਂ ਸੋਚਿਆ ਕਿਤੇ ਵੀ ਪਤਾ ਨਹੀਂ ਕੀ ਹੋ ਗਿਆ, ਜਿਹੜੇ ਹਿਲਜੁਲ ਵੀ ਨਹੀਂ ਕੀਤੀ ਨੇ ਦੁਬਾਰਾ, ਤਾਂ ਮੈਨੂੰ ਦੱਸਿਆ ਵੀ ਨਹੀਂ ਮੈਨੂੰ ਤਕਲੀਫ ਹੈ ਜਾਂ ਨਹੀਂ ਹੈ। ਤਾਂ ਮੈਂ ਹਿਲਾ ਕੇ ਦੇਖਿਆ ਤਾਂ ਕਹਿੰਦੀ ਵੀ ਮੈਨੂੰ ਹਿਲਾ ਨਾ, ਤਾਂ ਕਹਿੰਦੀ ਮੈਨੂੰ ਆਰਾਮ ਆਈ ਜਾਂਦਾ, ਮੈਨੂੰ ਆਰਾਮ ਆਉਣ ਦੇ, ਤੁਸੀਂ ਬੁਲਾਓ ਨਾ ਬਿਲਕੁਲ ਮੈਨੂੰ। ਮੈਂ ਫਿਰ ਖੁਦ ਉੱਠ ਕੇ ਆਪਦਾ ਪਾਣੀ ਗਰਮ, ਕਿਉਂ ਮੈਂ ਚਾਹ ਪੀਂਦਾ ਨਹੀਂ, ਚਾਹ ਅਸੀਂ ਬਿਲਕੁਲ ਮੈਂ ਛੱਡੀ ਹੋਈ ਹੈ। ਤੇ ਮੈਂ ਸਵੇਰ ਪਾਣੀ ਗਰਮ ਕੀਤਾ ਆਪਦਾ, ਥੋੜ੍ਹਾ ਗੁੜ ਲਿਆ ਤੇ ਮੈਂ ਖਾ ਕੇ ਫਿਰ ਮੈਂ ਪੁੱਛਿਆ ਉਹਨੂੰ ਵੀ ਤੁਸੀਂ ਪਾਣੀ ਪੀਣਾ, ਚਾਹ ਪੀਣੀ ਹੈ, ਕੀ ਕਰਨਾ ਮੈਂ ਦੇਵਾਂ ਤੁਹਾਨੂੰ? ਕਹਿੰਦੀ ਨਹੀਂ, ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦੀ ਫਿਰ ਕਹਿੰਦੀ ਉਹ ਆਪ ਹੀ ਕਹਿੰਦੀ ਮੈਨੂੰ ਉੱਠ ਕੇ ਕਹਿੰਦੀ ਮੈਨੂੰ AMD ਦੀਆਂ ਬੂੰਦਾਂ ਹੋਰ ਮੂੰਹ 'ਚ ਪਾਓ, ਕਹਿੰਦੀ ਮੈਂ ਤੰਦਰੁਸਤ ਹੋ ਰਹੀ ਹਾਂ, ਠੀਕ ਹੋ ਰਹੀ ਹਾਂ। ਤਾਂ ਉਹ ਤਕਰੀਬਨ ਤੀਜੇ ਦਿਨ ਬਿਲਕੁਲ ਤੰਦਰੁਸਤ ਹੋ ਗਈ। ਇਸੇ ਤਰ੍ਹਾਂ ਇੱਕ ਹੋਰ ਘਟਨਾ ਹੈ ਜੀ, ਮੈਂ ਹੁਣੇ ਪਿੱਛੇ ਜੇ ਮੈਂ ਦੇਖਾ ਤਾਂ ਇੱਕ ਸਿੱਖਾਂ ਵਾਲੇ ਦਾ ਆਦਮੀ ਸੀ, ਉਸ ਦਾ ਵੀ ਸਾਹ ਰੁਕਿਆ ਹੋਇਆ ਸੀ, ਆਕਸੀਜਨ ਲੈਵਲ ਵੀ ਘੱਟ ਸੀ ਉਹਦਾ। ਤਾਂ ਮੈਨੂੰ ਉਹਨਾਂ ਨੇ ਬੁਲਾਇਆ ਵੀ ਇੱਦਾਂ ਕਰਕੇ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਜ਼ਰੂਰ ਮਿਲ ਕੇ ਜਾਓ ਸਾਨੂੰ। ਤੇ ਮੇਰੇ ਵੀ ਉਹਦੀ ਜਿਹੜੀ ਸਿਸਟਰ ਹੈ ਉਹ ਸਾਡੇ ਪਿੰਡ ਹੀ ਰਹਿੰਦੀ, ਉਹਨੇ ਕਿਸੇ ਨੇ ਦੱਸ ਪਾਈ ਵੀ ਬਸੰਤ ਸਿੰਘ ਤੁਹਾਨੂੰ ਦਵਾਈ ਚੰਗੀ ਦੇ ਸਕਦਾ। ਤਾਂ ਉਹ ਜਦੋਂ ਗਏ ਤਾਂ ਉੱਥੇ ਮੈਨੂੰ ਲੈ ਕੇ ਗਈ, ਉਹ ਨਾਲ ਜਾ ਕੇ ਮੈਂ ਉਹਨਾਂ ਦੀ ਗੱਲਬਾਤ ਪੁੱਛੀ, ਉਹਨੂੰ ਸਾਹ ਹੀ ਨਹੀਂ ਆ ਰਿਹਾ। ਹਾਲਾਂਕਿ ਅਸੀਂ ਦੇਖੋ ਇੱਕ ਸਾਹ ਆ ਨਹੀਂ ਰਿਹਾ, ਛਾਤੀ ਜਾਮ ਆ ਤੇ ਪੱਖਾ ਚਲਾ ਕੇ ਪਿਆ ਉਹ ਬੰਦਾ ਥੱਲੇ, ਕਹਿੰਦਾ ਮੈਨੂੰ ਪੱਖੇ ਨਾਲ ਸਾਹ ਆ ਰਿਹਾ, ਉੱਦਾਂ ਸਾਹ ਹੀ ਨਹੀਂ ਆ ਰਿਹਾ। ਮੈਂ ਉਹਨੂੰ ਬਿਠਾਇਆ ਉਠਾ ਕੇ, ਮੈਂ ਕਿਹਾ ਬੈਠੋ ਤੁਸੀਂ, ਪੱਖਾ ਬੰਦ ਕਰਾਇਆ। ਫਿਰ ਮੈਂ ਉਹਨਾਂ ਤੋਂ ਪਾਣੀ ਉਹਦੀ ਮਿੱਸੀ ਤੋਂ ਗਰਮ ਕਰਾ ਕੇ 2-2.5 ਕਿਲੋ ਉਹਦੇ 'ਚ ਤੁਲਸੀ ਪਾਈ, ਉਹਦੇ ਪਿੱਛੇ ਅੱਗੇ ਛਾਤੀ 'ਤੇ ਵੀ ਮਾਲਿਸ਼ ਕੀਤੀ, ਢੂਈ 'ਤੇ ਵੀ ਮਾਲਿਸ਼ ਕੀਤੀ, ਤੁਲਸੀ ਨੱਕ 'ਚ ਵੀ ਪਾਈ ਉਹਦੇ, ਤੇ AMD ਦੀਆਂ ਉਹਦੇ ਜੀਭ ਦੇ ਉੱਤੇ ਬੂੰਦਾਂ ਪਾਈਆਂ। ਤਾਂ ਫਿਰ ਜਦੋਂ ਉਹਨੂੰ ਤੁਲਸੀ ਦੀ 10-15 ਬੂੰਦਾਂ ਪਾ ਕੇ ਪਾਣੀ ਦੇ ਵਿੱਚ ਭਾਫ ਦਿੱਤੀ, ਤਾਂ ਉਹ 15-20 ਮਿੰਟਾਂ ਬਾਅਦ ਹੀ ਉਹਨੂੰ ਮਹਿਸੂਸ ਹੋਇਆ ਕਿ ਮੈਨੂੰ ਸਾਹ ਸੌਖਾ ਆ ਰਿਹਾ ਹੁਣ। ਤਾਂ ਉਹਦੇ ਜਦੋਂ ਮੈਂ ਦਵਾਈ ਦੇ ਕੇ 2 ਘੰਟੇ ਉਹਦੇ ਕੋਲੇ ਬੈਠਾ ਰਿਹਾ, ਤਕਰੀਬਨ ਗੱਲਾਂ ਬਾਤਾਂ ਕਰਦਾ ਰਿਹਾ ਮੈਂ ਉਹਨਾਂ ਦੇ ਪਰਿਵਾਰ ਨਾਲ ਪਾਸੇ ਬੈਠ ਕੇ। ਤੇ ਉਸ ਦਿਨ ਥੋੜ੍ਹਾ ਜਿਹਾ ਬਰਸਾਤ ਹੋ ਰਹੀ ਸੀ, ਬੂੰਦਾਬਾਂਦੀ ਸੀ, ਇਸ ਕਰਕੇ ਮੈਨੂੰ ਬੈਠਣਾ ਪਿਆ, ਕਿਉਂਕਿ ਉਹ ਬੂੰਦਾਬਾਂਦੀ ਕਰਕੇ ਮੈਂ ਜਾ ਵੀ ਨਹੀਂ ਸਕਦਾ ਸੀ ਵੀ ਜਲਦੀ ਹੁਣ ਕਰਨਾ ਵੀ ਕੀ, ਚਲੋ ਬੈਠੇ ਇੱਥੇ ਬੈਠ ਕੇ। ਤੇ ਜਦੋਂ ਉਹ ਬੰਦਾ 15-20 ਮਿੰਟ ਬਾਅਦ ਠੀਕ ਹੋਇਆ, ਸਾਹ ਆਉਣ ਲੱਗੀ, ਤੇ ਉਹ
ਜਿਹੜਾ ਬੰਦਾ ਹੈ ਉਹਦੇ ਜਿਹੜੇ ਅੰਦਰ ਰੇਸ਼ਾ ਜੰਮਿਆ ਸੀ ਛਾਤੀ 'ਚ ਜਾਂ ਨੱਕ ਦੇ ਵਿੱਚ ਗਲ ਦੇ ਵਿੱਚ ਸੀ, ਉਹ ਸਾਰਾ ਡਲੀਆਂ ਬਣ ਕੇ ਬਾਹਰ ਨਿਕਲਿਆ। ਉਹ ਬਿਲਕੁਲ ਬੰਦਾ ਸ਼ਾਮ ਨੂੰ 6 ਵਜੇ ਤੱਕ ਤੰਦਰੁਸਤ ਹੋ ਗਿਆ 4 ਘੰਟਿਆਂ ਦੇ ਵਿੱਚ। ਜੇ ਉਹ ਬੰਦੇ ਨੂੰ ਅੱਜ ਮੈਂ ਤੁਹਾਨੂੰ ਇੱਥੇ ਲਿਆ ਕੇ ਕਹਾਂ ਵੀ ਆਹ ਬੰਦਾ ਮੈਂ 6 ਘੰਟੇ ਜਾਂ 5 ਘੰਟੇ ਠੀਕ ਕੀਤਾ ਤਾਂ ਕਿਸੇ ਨੇ ਮੰਨਣਾ ਨਹੀਂਗਾ। ਹਾਲਾਂਕਿ ਇੱਕ ਉੱਥੇ ਨਰਸ ਸੀ ਲੜਕੀ, ਉਹ ਵੀ ਕਹਿੰਦੀ 5-4 ਘੰਟਿਆਂ 'ਚ ਬੰਦਾ ਤੁਸੀਂ ਠੀਕ ਕੀਤਾ, ਕਿਵੇਂ ਹੋਇਆ? ਫਿਰ ਉਹ ਮੇਰੇ ਕੋਲ ਇੱਕ ਪੇਸ਼ੈਂਟ ਹੋਰ ਲੈ ਕੇ ਆਈ, ਉਹਨੂੰ ਵੀ ਤਕਰੀਬਨ ਮੈਂ ਪ੍ਰੋਡਕਟ ਦਿੱਤੇ ਤੇ ਉਹ ਮੇਰਾ ਖਿਆਲ ਆ ਵੀ ਉਹ ਬਾਅਦ 'ਚ ਦੁਬਾਰਾ ਮੇਰੇ ਕੋਲ ਆਏ ਨਹੀਂ, ਪਤਾ ਨਹੀਂ ਉਹ ਠੀਕ ਹੋਏ ਕਿਵੇਂ ਹੋਏ। ਮੈਂ ਟੈਲੀਫੋਨ 'ਤੇ ਰਾਬਤਾ ਕਰਦਾ ਸੀ ਲੇਕਿਨ ਉਹ ਰਾਬਤਾ ਵੀ ਨਹੀਂ ਹੋਇਆ, ਕਿਉਂਕਿ ਕਾਫੀ ਦੂਰ ਪਿੰਡ ਦੇ ਸੀਗੇ, ਉਹ ਰਿਸ਼ਤੇਦਾਰੀ 'ਚ ਉਹਨਾਂ ਦਿਓ। ਇੱਕ ਜਿਹੜੀ ਇਹਨਾਂ ਦੇ ਇੱਕ ਮਰੀਜ਼ ਤੂਤਾਂ ਵਾਲੇ ਦਾ ਸੀ, ਤੂਤਾਂ ਵਾਲੇ ਪਿੰਡ ਦੀ 2 ਸਿਸਟਰਾਂ ਇੱਕੇ ਆਦਮੀ ਦੇ ਘਰੇ ਰਹਿ ਰਹੀਆਂ ਸੀਗੀਆਂ। ਇੱਕ ਨੂੰ ਕਰੋਨਾ ਹੋ ਗਿਆ, ਵੱਡੀ ਨੂੰ ਪਹਿਲਾਂ। ਉਹਦਾ ਕਰੋਨਾ ਹੋਣ ਨਾਲ ਉਹਨੂੰ ਮੁਕਤਸਰੋਂ ਜਵਾਬ ਦਿੱਤਾ, ਉਹਨੂੰ ਲੈ ਕੇ ਪਟਿਆਲੇ ਦਾਖਲ ਕਰਾਤਾ। ਉਹਨੂੰ ਜਦੋਂ ਪਟਿਆਲੇ ਲੁਧਿਆਣੇ ਦਾਖਲ ਕੀਤਾ DMC ਦੇ ਵਿੱਚ। ਲੁਧਿਆਣਾ ਦਾਖਲ ਕੀਤਾ ਉਹਨੂੰ DMC ਦੇ ਵਿੱਚ, ਤਾਂ ਉਹ ਉੱਥੇ ਠੀਕ ਨਹੀਂ ਹੋਈਗੀ ਕਿ 7-8 ਲੱਖ ਰੁਪਈਆ ਵੀ ਲਾਇਆ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਫਿਰੋਜ਼ਪੁਰ ਲਿਆ ਕੇ ਦਾਖਲ ਕੀਤੀ। ਫਿਰ ਫਿਰੋਜ਼ਪੁਰ ਵੀ ਉਹਨਾਂ ਦਾ ਜਿਹੜਾ ਉਹ ਨਹੀਂ ਠੀਕ ਹੋਈ, ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਜਿਹੜੀ ਛੋਟੀ ਸਿਸਟਰ ਸੀ, ਉਹਨੂੰ ਮੈਂ ਆਪਦੇ ਪ੍ਰੋਡਕਟ ਦੇ ਕੇ ਤੇ ਭਾਫ ਦੇ ਕੇ ਤੇ ਉਸ ਤਰ੍ਹਾਂ ਦਾ ਉਹਨੂੰ ਸਿਸਟਮ ਕਰਕੇ 14 ਦਿਨਾਂ ਦੇ ਵਿੱਚ ਤੰਦਰੁਸਤ ਕਰਦਾ, ਤੇ ਅੱਜ ਵੀ ਉਹ ਤੰਦਰੁਸਤ ਹੈ। ਅੱਜ ਉਹ ਕੰਮ ਉਹ ਠੀਕ ਹੈ, ਸਿਸਟਰ ਉਹਦੀ ਨਹੀਂ ਰਹੀ, ਮੈਨੂੰ ਬੜਾ ਦੁੱਖ ਹੋਇਆ, ਲੇਕਿਨ ਉਹ ਤੰਦਰੁਸਤ ਹੋ ਗਈ ਹੈ। ਹਾਲਾਂਕਿ ਉਹ TB ਦੀ ਪੇਸ਼ੈਂਟ ਸੀ ਔਰ ਇੱਕ ਉਹਦਾ ਫੇਫੜਾ ਵੀ ਨਹੀਂ ਹੈ। ਇੱਕ ਫੇਫੜਾ ਨਾ ਹੋਣ ਦੇ ਬਾਵਜੂਦ ਔਰ ਉਹ ਇੱਦਾਂ ਦੀ ਮਰੀਜ਼ ਬਣੀ ਹੋਵੇ ਤਾਂ ਉਹ ਤੰਦਰੁਸਤ ਹੋਈ ਹੋਵੇ, ਮੈਨੂੰ ਵੀ ਹੈਰਾਨ ਹੋਈ। ਉਹਨਾਂ ਦਾ ਸਾਰਾ ਪਰਿਵਾਰ ਵੀ ਅੱਜ ਹੈਰਾਨ ਹੈ ਕਿ ਵੀ ਇਹ ਤੰਦਰੁਸਤ ਹੋ ਸਕਦੀ, ਤੇ ਅਸੀਂ ਲੁਧਿਆਣੇ ਡਾਕਟਰ ਜਿਹੜੇ DMC ਦੇ ਵਿੱਚ ਲਿਜਾ ਕੇ ਵੀ ਤੰਦਰੁਸਤ ਨਹੀਂ ਹੋਈ। ਪਟਿਆਲੇ ਫਿਰੋਜ਼ਪੁਰ ਵੀ ਅਸੀਂ ਦਾਖਲ ਕੀਤੀ, ਨਹੀਂ ਤੰਦਰੁਸਤ ਹੋਈ। ਲੇਕਿਨ ਕੀ ਹੈ, ਮੁਕਤਸਰ ਵੀ ਲਗਾਏ, ਉਹਨਾਂ ਨੇ ਸਾਨੂੰ ਜਵਾਬ ਦਿੱਤਾ। ਤੇ ਇਹ ਜਿਹੜੀ ਬਈ ਇਹਨਾਂ ਪ੍ਰੋਡਕਟ ਦੇ ਵਿੱਚ ਕਾਫੀ ਚੀਜ਼ ਹੈਗੀ, ਜਿਹੜੀ ਹੈ ਚੀਜ਼ ਕਰਨ ਵਾਲੀ ਹੈ। ਪ੍ਰੋਡਕਟ ਦੀ ਜਿਹੜੀ ਹੈ ਤਾਕਤ ਦਿੰਦੀ ਹੈ। ਇਹ ਦਵਾਈ ਜਿਹੜੀ ਹੈ ਐਲੋਪੈਥੀ ਜਿਹੜੀ ਹੈ ਉਹ ਐਮਰਜੈਂਸੀ ਵਾਸਤੇ ਬਹੁਤ ਚੰਗੀ ਹੈ। ਮੈਂ ਵੀ ਮੰਨਦਾ ਕਿ ਸਾਡਾ ਕੋਈ ਐਕਸੀਡੈਂਟ ਹੋ ਗਿਆ, ਕਿਤੇ ਕੋਈ ਸਾਨੂੰ ਕੋਈ ਬੰਬ ਕੈਜੂਅਲਟੀ ਹੋ ਗਈ, ਉਹਦੇ 'ਚ ਸਾਨੂੰ ਐਲੋਪੈਥੀ ਦੀ ਲੋੜ ਹੈ, ਕਿਉਂਕਿ ਖੂਨ ਰੋਕਣ ਵਾਸਤੇ ਐਲੋਪੈਥੀ ਬਹੁਤ ਜ਼ਰੂਰਤ ਹੈ। ਲੇਕਿਨ ਫਾਰ ਦੀ ਟਾਈਮ ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਨੇਚਰਪੈਥੀ ਦੀ ਲੋੜ ਹੈ। ਮੈਨੂੰ ਲੱਗਦਾ ਕਿ ਤੁਸੀਂ ਕਾਫੀ ਜ਼ਿਆਦਾ ਜਿਹੜਾ ਜਿਸ ਤਰ੍ਹਾਂ ਦੀ ਤੁਸੀਂ ਆਪਣੀ ਤਕਲੀਫ ਠੀਕ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਕੌਨਫੀਡੈਂਸ ਆਇਆ ਤੁਹਾਡੇ ਅੰਦਰ, ਤੇ ਉਸ ਤੋਂ ਬਾਅਦ ਨਾ ਸਿਰਫ ਤੁਸੀਂ ਆਪ ਠੀਕ ਹੋਏ ਬਲਕਿ ਹੋਰਾਂ ਨੂੰ ਵੀ ਜਿਹੜੀਆਂ ਇਸੇ ਹੀ ਦਵਾਈ ਦੇ ਨਾਲ ਠੀਕ ਕੀਤਾ। ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨਾਲ ਜਿਹੜਾ ਇਸ ਤਰ੍ਹਾਂ ਤਜਰਬਾ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ। ਮੈਂ ਨਿਊਜ਼ ਏਸ਼ੀਆ ਦਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦੀ ਹਾਂ, ਤੇ ਨਾਲ ਹੀ ਜਿੰਨੇ ਦਰਸ਼ਕ ਦੇਖਦੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜੇ ਤੁਸੀਂ ਮੋਗਾ ਦਾ ਵੈਲਥ ਕੇਅਰ ਗਲੋਬਲ ਆਫਿਸ ਦੇ ਵਿੱਚ ਅਟੈਂਡ ਕਰਨਾ ਤਾਂ ਇੱਥੇ ਡਾਕਟਰ ਵਰਿੰਦਰ ਸਿੰਘ ਭੁੱਲਰ ਜੀ ਬੈਠਦੇ ਆ ਸਾਡੇ ਸੋਮਵਾਰ ਤੇ ਬੁੱਧਵਾਰ, ਤੇ ਉਹਨਾਂ ਨੂੰ ਤੁਸੀਂ ਆ ਕੇ ਆਪਣਾ ਜਿਹੜਾ ਕੋਈ ਵੀ ਦੁੱਖ ਦੱਸ ਸਕਦੇ ਆ, ਉਹਨਾਂ ਤੋਂ ਆਪਦੀ ਕੋਈ ਸਲਾਹ ਲੈ ਸਕਦੇ ਆ। ਈਵਨ ਕਿ ਉਹ ਹੋਮਿਓਪੈਥੀ ਦੀ, ਇਲੈਕਟ੍ਰੋ ਹੋਮਿਓਪੈਥੀ ਦੀ ਔਰ ਨੇਚਰਪੈਥੀ ਦੀ ਜਾਂ ਜਿਹੜੀ ਮੈਗਨੀਸ਼ੀਅਮ ਥੈਰੇਪੀ ਦੇ ਨਾਲ ਜਿਹੜਾ ਤੁਹਾਡਾ ਬਹੁਤ ਵਧੀਆ ਇਲਾਜ ਕਰ ਸਕਦੇ ਆ। ਇੱਕ ਉਹਨਾਂ ਨੇ ਨਵੀਂ ਇੱਕ ਮੱਡ ਥੈਰੇਪੀ ਵੀ ਸ਼ੁਰੂ ਕੀਤੀ ਹੋਈ ਹੈ, ਇਹਦੇ ਨਾਲ ਵੀ ਉਹਨਾਂ ਦਾ ਜਿਹੜਾ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ, ਜੋੜਾਂ ਦੇ ਦਰਦਾਂ ਦਾ। ਮੈਂ ਵਰਿੰਦਰ ਸਿੰਘ ਭੁੱਲਰ ਦਾ ਬਹੁਤ ਧੰਨਵਾਦੀ ਹਾਂ, ਤੇ ਮੈਂ ਇਹਨਾਂ ਤੋਂ ਬੜਾ ਪ੍ਰੇਰਿਤ ਹਾਂ ਕਿ ਇੱਕ ਜਿਹੜਾ ਉਹਨਾਂ ਦੀ ਸੋਚ ਹੈ, ਬੜੀ ਵਧੀਆ ਸੋਚ ਹੈ। ਇੱਕ ਵਾਰੀ ਫਿਰ ਮੈਂ ਨਿਊਜ਼ ਏਸ਼ੀਆ ਪੰਜਾਬੀ ਦਾ ਧੰਨਵਾਦੀ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੀ। ਸੋ ਇਹ ਸਨ ਕੈਪਟਨ ਬਸੰਤ ਸਿੰਘ ਜੀ, ਜਿਨ੍ਹਾਂ ਨੇ ਫੌਜ ਦੇ ਵਿੱਚ ਸਾਰੀ ਜ਼ਿੰਦਗੀ ਆਪਣੀ ਬਿਤਾਈ, ਸਿਪਾਹੀ ਭਰਤੀ ਹੋ ਕੇ ਕੈਪਟਨ ਆਨਰੇਰੀ ਕੈਪਟਨ ਰੈਂਕ ਦੇ ਉੱਤੇ ਪਹੁੰਚੇ। ਕਿਸ ਤਰ੍ਹਾਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਇਹਨਾਂ ਨੇ ਜਿਹੜੇ ਫੌਜ ਦੀ ਟ੍ਰੇਨਿੰਗ, ਹਾਈਵੀ ਟ੍ਰੇਨਿੰਗ ਤੋਂ ਬਾਅਦ ਡਿਊਟੀ ਦੇ ਦੌਰਾਨ ਜਿਹੜਾ ਬੁਲਟ ਪ੍ਰੂਫ ਜੈਕਟ 18 ਕਿਲੋ ਦੀ ਜੈਕਟ ਹੋਇਆ ਕਰਦੀ ਸੀ, ਜਿਹੜਾ ਇਹਨਾਂ ਕੋਲ ਆਰਮਸ ਐਂਡ ਐਮੂਨੀਸ਼ਨ ਯਾਨੀ ਕਿ ਹਥਿਆਰ ਤੇ ਗੋਲਾ ਬਰੂਦ ਵੀ ਇਹਨਾਂ ਕੋਲ ਹੋਇਆ ਕਰਦਾ ਸੀ, ਬਿਸਤਰਾ ਵੀ ਇਹਨਾਂ ਨੂੰ ਨਾਲ ਚੁਕਾਇਆ ਕਰਦਾ ਸੀ, ਨਾਲ ਇਹਨਾਂ ਦੇ ਕੋਲ ਜਿਹੜੇ ਸੀ ਬੰਦੂਕ ਹੋਇਆ ਕਰਦੀ ਸੀ। ਸੋ ਕੁੱਲ ਮਿਲਾ ਕੇ 40 ਕਿਲੋ ਵਜ਼ਨ ਚੁੱਕ ਕੇ ਇਹ ਰੋਜ਼ ਕਈ ਕਿਲੋਮੀਟਰ ਪੈਦਲ ਚੜ੍ਹਨਾ, ਤੁਰਨਾ, ਪਹਾੜਾਂ 'ਤੇ ਚੜ੍ਹਨਾ, ਇਹ ਇਹਨਾਂ ਦੀ ਰੂਟੀਨ ਸੀਗੀ। ਤੇ ਉਸ ਰੂਟੀਨ ਦੇ ਦੌਰਾਨ ਜਿਹੜਾ ਸੀਗਾ ਵਜ਼ਨ ਸਾਰਾ ਜਿੰਨਾ ਸੀਗਾ ਉਹ ਗੋਡਿਆਂ 'ਤੇ ਪਿਆ ਕਰਦਾ ਸੀ, ਤੇ ਉਹ ਗੋਡਿਆਂ 'ਤੇ ਪਿਆ ਵਜ਼ਨ ਜਿਹੜਾ ਸੀ ਆਖਰਕਾਰ ਕਿਤੇ ਨਾ ਕਿਤੇ ਤਾਂ ਜਿਹੜਾ ਉਹ ਅਸਰ ਵਿਖਾਉਂਦਾ ਤੇ ਦਰਦ ਕਰਨ ਲੱਗ ਪਏ। ਦਰਦ ਤੋਂ ਬਾਅਦ ਦਵਾਈਆਂ ਲਿੱਤੀਆਂ, ਦਵਾਈਆਂ ਤੋਂ ਬਾਅਦ ਜਦੋਂ ਰਿਟਾਇਰਮੈਂਟ ਹੋਈ, ਨਾ ਉੱਦਾਂ ਦੀ ਖੁਰਾਕ ਰਹੀ, ਨਾ ਉੱਦਾਂ ਦੀ ਪ੍ਰੈਕਟਿਸ ਰਹੀ, ਤੇ ਉਹ ਦਰਦ ਜਿਹੜਾ ਉਹ ਜੀ ਦਾ ਜੰਜਾਲ ਬਣ ਗਿਆ। ਤੇ ਅੰਤ ਵਿੱਚ ਜਦੋਂ ਸਾਰੇ ਪਾਸੋਂ ਹਾਰ ਗਏ ਤਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲੇ ਅਣਮਨੇ ਢੰਗ ਦੇ ਨਾਲ ਜਦੋਂ ਇੱਕ ਵਾਰੀ ਮੁਲਾਕਾਤ ਹੋਈ ਕਿ ਨਹੀਂ ਜਾਣਾ ਕਰਕੇ ਫਿਰ ਜਦੋਂ ਮੁਲਾਕਾਤ ਹੋਈ ਤੇ ਇੱਕ ਵਾਰ ਫਿਰ ਜਦੋਂ ਦਵਾਈ ਲਈ ਤਾਂ ਅੱਜ ਨਤੀਜਾ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ
ਇਹਨਾਂ ਨੇ ਦਵਾਈ ਲਈ ਗਏ। ਨਾ ਸਿਰਫ ਇਹਨਾਂ ਨੇ ਆਪਣੀ ਤੰਦਰੁਸਤੀ ਹਾਸਲ ਕੀਤੀ, ਆਪਣੀ ਵਾਈਫ ਦੇ ਨਾਲ ਇੱਕ ਅਜਿਹਾ ਤਜਰਬਾ ਤੁਹਾਡੇ ਸਾਹਮਣੇ ਇਹਨਾਂ ਨੇ ਸਾਂਝਾ ਕੀਤਾ ਕਿ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਨੂੰ ਅਟੈਕ ਹੋਣ ਵਾਲੀ ਸਿਚੁਏਸ਼ਨ ਹੋ ਗਈ ਸੀ, ਜਿਹੜੀ ਕਿ ਉਹਨਾਂ ਨੂੰ ਇਹਨਾਂ ਨੇ ਕੁਝ ਘੰਟਿਆਂ 'ਚ ਹੀ ਕਾਬੂ ਕਰ ਲਿਆ। ਉਸ ਤੋਂ ਇਲਾਵਾ ਕੁਝ ਪੇਸ਼ੈਂਟ ਦੇ ਨਾਲ ਇਹਨਾਂ ਨੇ ਕੁਝ ਹੋਰ ਪੇਸ਼ੈਂਟਸ ਦੀ ਵੀ ਮਦਦ ਕੀਤੀ ਜਿਨ੍ਹਾਂ ਦੀ ਜਾਨ ਜਾ ਰਹੀ ਸੀ, ਉਹਨਾਂ ਨੂੰ ਵੀ ਇਹਨਾਂ ਨੇ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇਹੀ ਦਵਾਈਆਂ ਦੇ ਨਾਲ ਜਿਹੜਾ ਉਹਨਾਂ ਦੀ ਤੰਦਰੁਸਤੀ ਉਹਨਾਂ ਦੀ ਵਾਪਸ ਦਵਾਈ ਹੈ। ਅਤੇ ਅੱਜ ਇਹ ਧੰਨਵਾਦੀ ਨੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ, ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਜਿਹੜਾ ਉਹਨਾਂ ਕੋਲੋਂ ਦਵਾਈ ਲੈ ਕੇ ਅੱਜ ਇਹ ਨਾ ਸਿਰਫ ਆਪ ਤੰਦਰੁਸਤ ਹੋ ਰਹੇ ਨੇ ਬਲਕਿ ਹੋਰਾਂ ਦੀ ਵੀ ਸਹਾਇਤਾ ਕਰ ਰਹੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਹੋ ਜਿਹੀਆਂ ਪ੍ਰੋਬਲਮ ਵਾਲੇ ਹੋਰ ਲੋਕਾਂ ਕੋਲੇ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲੋਕਾਂ ਕੋਲੇ ਜਾਏਗੀ ਤਾਂ ਹੋ ਸਕਦਾ ਹੈ ਕਿ ਕੁਝ ਅਜਿਹੇ ਪ੍ਰੋਬਲਮ ਵਾਲੇ ਬੰਦੇ ਨੂੰ ਇਸ ਵੀਡੀਓ ਦਾ ਫਾਇਦਾ ਹੋਵੇ ਅਤੇ ਪਰਮਾਤਮਾ ਦਾ ਆਸ਼ੀਰਵਾਦ ਮਿਲੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।